स्कूल बुक्स ਕਿਹੜੇ ਸਕੂਲ ਦੀ ਤੁਸੀਂ ਕਰ ਰਹੇ ਹੋ? ਇਹ ਕਿਹੜੇ ਸਕੂਲ ਦੀ ਬੁੱਕ ਸੀ? ਬਸ ਤੁਸੀਂ ਤਾਂ ਬੰਦੇ ਹੋਈ ਕਿਸੇ ਵੀ ਪੇਰੈਂਟਸ ਨੂੰ ਕੋਈ ਵੀ ਆ ਰਿਹਾ ਲੂਜ਼ ਬੁੱਕਸ ਅਸੀਂ ਦੇ ਰਹੇ ਜਿਹੜੀ ਵੀ ਹੈ ਸਾਡੇ ਕੋਲ ਹੈਗੀ ਹੈ। ਨਹੀਂ ਕਿਹੜੇ ਸਕੂਲ ਨੂੰ ਪ੍ਰੋਪਰ ਸਰ ਅਸੀਂ ਕਿਸੇ ਸਕੂਲ ਨੂੰ ਕਿਸੇ ਸਕੂਲ ਨੂੰ ਦੇ ਰਹੇ ਉਹ ਦੇਖੋ ਦੇ ਸਕੂਲ ਸਾਰੇ ਸਕੂਲ ਦਾ ਸਕੂਲ ਆਪਾਂ ਕਿਹੜੇ ਸਕੂਲ ਦੇ ਬੱਚੇ ਕਿਹੜੇ ਸਕੂਲ ਸੇਠ ਗੁਰਜਰ ਸਕੂਲ ਹੋਈ ਸੇਠ ਗੁਰਜਰ ਦੇ ਇਹ ਤੁਹਾਨੂੰ ਕਿੰਨੇ ਗਏ ਇੱਥੋਂ ਬੁੱਕਸ ਲੈਣ ਲਈ? ਸਾਨੂੰ ਤਾਂ ਉਧਰ ਸਕੂਲੇ ਪਤਾ ਲੱਗਾ ਸਕੂਲ ਵਾਲੇ ਨੇ ਤੁਹਾਨੂੰ ਮੈਸੇਜ ਆ ਤੁਸੀਂ ਕਹਿ ਰਹੇ ਹੋ ਸਰ ਅਸੀਂ ਲੂਜ਼ ਜੋ ਵੀ ਆਏ ਕਰਦਾ ਹੈ ਕੋਈ ਗੱਲ ਨਹੀਂ। ਇਹ ਕਿੰਨੇ ਦਾ ਦੇ ਰਹੇ ਨੇ ਬੁੱਕ ਟਿਕ ਹੁੰਦੇ ਤੋਂ? ਜਨਾਬ 3400 ਇਹ 3400 ਰੁਪਏ ਦੀ ਬੁੱਕਸ ਨੇ। 3400 ਇਹਨਾਂ ਦੀ ਐਮਆਰਪੀ ਕੀ ਹੈ ਮੈਡਮ? ਨੋਟਬੁੱਕ ਲੱਗ ਗਿਆ 20 ਖੋਲੋ ਇਹਨੂੰ ਸਾਰੇ ਇਹਨਾਂ ਸਾਰੇ ਐਮਆਰਪੀ ਕਢਾਓ। ਡੀਸੀ ਸਾਹਿਬ ਨੂੰ ਕਰੋ ਫੋਨ। ਇਹ ਜਿਹੜੇ ਹੈਗੇ ਨੇ ਰਾਈਟਿੰਗ ਬੁੱਕ ਇਹ ਹੈ ਨਾ ਭਾਜੀ ਜਿਹੜੇ ਆ ਬੁੱਕਸ ਆ ਬਸ ਇਹਨਾਂ ਨੇ ਖਰੀਦੀਆਂ ਇੱਥੋਂ ਭਾਜੀ ਸਾਰਾ ਜਿਹੜਾ ਬਿੱਲ ਦਿੱਤਾ ਇਹਨਾਂ ਨੇ ਨਾਲ ਸਿੱਟ ਪੁੰਜ ਜਾਂਦਾ ਜੀ ਸਾਰਾ ਬਿੱਲ ਇਹ 20 ਰੁਪਏ ਦੀ ਹੈ। ਇੱਕ ਮਿੰਟ ਕੱਢੋ ਜਰਾ ਬਾਹਰ। ਆ ਦਿਖਾਈਓ ਤੁਸੀਂ ਕੌਣ? ਇੱਕ ਮਿੰਟ ਆਪਣਾ ਇੱਕ ਮਿੰਟ ਇੱਕੋ ਰਾਜੀ ਆ ਤਾਂ ਜੀ ਆ ਮੇਰਾ ਸਵਾਲ ਤੁਹਾਡਾ ਸਾਰਾ ਸਵਾਲ ਇਹ ਕਿੰਨੀ ਲਗਾਈ ਤੁਸੀਂ ਹੈ? ਹਾਂ ਸਰ ਮੈਂ ਦੱਸ ਰਿਹਾ ਸਰ ਇੱਕ ਸੈਕਿੰਡ ਯਾਰ ਇੱਕ ਮਿੰਟ ਕੋਈ ਐਸੀ ਗੱਲ ਨਹੀਂ ਤੁਸੀਂ ਇੱਕ ਮਿੰਟ ਘਬਰਾਓ ਕੋਈ ਆਰਾਮ ਨਾਲ ਗੱਲ ਸਰ 20 ਰੁਪਏ ਦੀ ਨੋਟਬੁੱਕ ਬਾਈ ਨੇਮ ਆਪੋਜ਼ਿਟ 20 ਰੁਪਏ ਦੀ ਨੋਟਬੁੱਕ ਠੀਕ ਹੈ ਸਰ ਇਹ 12 ਦਾ ਸੈੱਟ ਹੈ। ਅੱਛਾ 12 ਕੋਲ 240 ਰੁਪਏ ਦੀ ਕੋਈ ਜ਼ਿਆਦਾ ਨਹੀਂ ਕੋਈ ਕੁਝ ਨਹੀਂ ਲੈ ਰਿਹਾ ਤੁਸੀਂ ਕੰਫਰਮ ਕਰ ਸਕਦੇ 240 ਨੇ ਕਿਹੜੀ ਅਮਾਉਂਟ ਦਾ ਦੇ ਆਹ ਲਾਸਟ 400 ਰੁਪਏ ਲੈਣਾ ਇਹਨਾਂ ਨੇ। ਸਕੂਲ ਦੀਆਂ ਨਾ ਇਹ ਵਿਕਤਾ ਸਕੂਲ ਦੀਆਂ ਰਹੀਆਂ ਨਾ। ਹਾਂਜੀ ਵਿਕਤਾ ਸਕੂਲ ਦੀਆਂ ਰਹੀਆਂ ਨਾ। ਬਾਈ ਨੇਮ ਮਿਲ ਗਿਆ ਬਾਈ ਨੇਮ ਹੈ ਲੋ ਜੀ ਐਸ ਸਕੂਲ ਦੀ ਅੱਛਾ ਇਹ 20 ਰੁਪਏ ਦੀ ਇੱਕ ਤੁਸੀਂ ਲਗਾਉਂਦੇ ਹੋ ਨਾ? ਹਾਂਜੀ ਓਕੇ। ਇਹ ਮਾਰਕੀਟ ਦਾ ਪ੍ਰਾਈਸ ਕੀ ਹੈ? ਸਰ ਮਾਰਕੀਟ ਸਰ ਨਾਰਮਲੀ ਸਰ 20 ਰੁਪਏ ਦੀ ਪੇਰੈਂਟਸ ਕਾਪੀ ਲੈਂਦੇ ਨੇ ਇਹ ਹੁੰਦਾ ਲਿਖਿਆ ਨਾ ਸਕੂਲ ਦਾ ਤੁਸੀਂ ਛਾਪਿਆ ਹੋਇਆ ਇਹਦੇ ਇਹ ਤਾਂ ਸਕੂਲ ਦਾ ਇਹ ਨਾਰਮਲ ਥੋੜੀ ਮਿਲਦੀ ਕਾਪੀ। ਮੈਂ ਦੱਸਦਾ ਸਕੂਲ ਵਾਲੇ ਨੇ ਕੀ ਕਹਿਤਾ ਆ ਵੀ ਅਸੀਂ ਨੋਟਬੁੱਕ ਲਈਆਂ ਬਾਹਰੋਂ ਉਹਨਾਂ ਨੇ ਕਹਿੰਦਾ ਬਾਹਰ ਹੀ ਨੋਟਬੁੱਕ ਨਹੀਂ ਚੱਲਣੀ ਆ ਸਾਡੀ ਪ੍ਰਿੰਟ ਉੱਥੋਂ ਮਿਲੇਗੀ ਸਰ ਨਹੀਂ ਸਰ ਇਹ ਗਲਤ ਗੱਲ ਸਰ ਨਹੀਂ ਦੇਖੋ ਮੈਂ ਮੈਡਮ ਅੱਗੇ ਆਓ ਮੈਂ ਤੈਨੂੰ ਲੈਣਾ ਹਾਂਜੀ ਤੁਸੀਂ ਬੋਲੋ ਹਾਂਜੀ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਇਹੀ ਨੋਟਬੁੱਕ ਯੂਜ਼ ਕਰਨੀ ਹੈ ਦੂਸਰੀ ਨੋਟਬੁੱਕ ਨਹੀਂ ਲੈ ਸਕਦੇ ਸੀ ਪਹਿਲਾਂ ਬਾਹਰੀ ਨੋਟਬੁੱਕ ਤੇ ਆ ਕੇ ਨਾ ਬਰਾਊਨ ਕਵਰ ਚਾੜ ਲੈਂਦੇ ਸੀ ਹੁਣ ਉਹਨਾਂ ਨੇ ਕਿਹਾ ਕਿ ਕਵਰ ਨਹੀਂ ਚਾੜਨਾ ਸਾਡਾ ਨੇਮ ਮਤਲਬ ਇੱਦਾਂ ਸਲਿੱਪ ਲਾ ਕੇ ਤੁਸੀਂ ਇਹੀ ਨੋਟਬੁੱਕ ਇਹੀ ਬੁੱਕ ਲੈਣ ਤੋਂ ਬਾਕੀ ਚੱਲੂ ਹੋਰ ਕੋਈ ਪਹਿਲੇ ਜਿਹੜਾ ਕਵਰ ਲੱਗਦਾ ਸੀ ਸਕੂਲ ਪ੍ਰਿੰਟ ਚੱਲਦਾ ਸੀ ਨਹੀਂ ਬਰਾਊਨ ਪੇਪਰ ਕੋਈ ਵੀ ਮੇਰੇ ਕੋਲ ਜੇ ਵੀ ਨੋਟਬੁੱਕ ਪਈਆਂ ਹੋਈਆਂ ਹਰ ਸਾਲ ਬਾਈ ਬਾਜ਼ਾਰੋਂ ਲੈਣੇ ਨੋਟਬੁੱਕ ਇਸ ਵਾਰੀ ਉਹ ਕਹਿੰਦੇ ਵੀ ਆਪਣਾ ਸਕੂਲ ਤੋਂ ਲੈਣੀ ਤੁਸੀਂ ਨੋਟਬੁੱਕ ਸਕੂਲ ਦੇ ਲੱਗਣਗੇ ਹਾਂਜੀ ਸਰ ਮੈਂ ਪੁਆਇੰਟ ਤੇ ਪਹੁੰਚ ਗਿਆ। ਆਫਿਸਰ ਕਿੱਥੇ ਪਹੁੰਚ ਗਏ? हाँ कर दो ਅਰੋੜਾ ਸਾਹਿਬ ਇਸ ਤਰ੍ਹਾਂ ਹੈ ਜਦੋਂ ਇਹਨਾਂ ਨੂੰ ਸੈੱਟ ਲੈਣਾ ਆਉਂਦਾ ਇਹ 5210 5510 3610 ਤੁਸੀਂ ਆਪਣੀ ਲਿਸਟ ਦਿਖਾਓ ਕਿੱਥੇ ਤੁਹਾਡੀ ਲਿਸਟ ਦਿਖਾਓ ਆਪਣੀ ਹਰ ਕਲਾਸ ਦੀ ਲਿਸਟ ਦਿਖਾਓ ਪਹਿਲੇ ਹਰ ਕਲਾਸ ਦੀ ਲਿਸਟ ਦਿਖਾਓ ਮੈਂ ਤੇ ਆ ਦੇਖ ਰਿਹਾ ਨਾ 300 ਯਾਰ ਅੱਗੇ ਲਿਆ ਸੈੱਟ 325 ਰੁਪਏ ਕੋਈ ਅਮਿਤ ਭਾਜੀ ਆ 325 ਰੁਪਏ ਦਾ 25 ਵਾਲੀ ਬੁੱਕ ਹੈ ਪਹਿਲਾਂ ਪਹਿਲੀ ਬੁੱਕ ਹੈ ਕਿਹੜੀ ਕਲਾਸ ਤੁਹਾਡੀ 6 ਦੇ ਪੈਸੇ ਕਿਉਂ ਕਿੰਨੇ ਬਣੇ ਅਜੇ ਇੱਕ ਮਿੰਟ ਮੈਡਮ ਅੰਦਰ ਆਓ 6 ਕਲਾਸ ਦਾ ਸੈੱਟ ਕਿੱਥੇ ਸਰ ਇਹ ਨਾ ਹਾਫ ਬੁੱਕਸ ਤੇ ਹਾਫ ਅਸੀਂ ਸੈਕਿੰਡ ਹੈਂਡ ਯੂਜ਼ ਕਰ ਰਹੇ ਹਾਂ ਹਾਫ ਇੱਕ ਮਿੰਟ ਤੁਸੀਂ ਆਪਣੇ ਰੇਟ ਦਿਖਾਓ ਕਿੱਥੇ ਤੁਹਾਡੇ ਸਰ ਮੈਂ ਸਰ ਸਭ ਕੁਝ ਦੇਤਾ ਜੀ ਸਰ ਕਾਪੀ ਰੇਟ ਦਿਖਾਓ ਮੈਂ 4450 ਕਿੰਨੇ ਦਾ 4450 ਐਮਆਰਪੀ ਲੈ ਰਿਹਾ ਸਰ ਕਿਉਂ ਕਿਸ ਤਰ੍ਹਾਂ ਐਮਆਰਪੀ ਤੂੰ ਜਦੋਂ ਮੇਰੀ ਗੱਲ ਤੋਂ ਮੇਰੇ ਘਰ ਦੇ ਆਏ ਅਮਿਤ ਭਾਜੀ ਮੇਰੇ ਘਰ ਦੇ ਜਵਾਬ ਤਾਂ ਕੀਤਾ ਅਸੀਂ 2000 ਰੁਪਏ ਰੋਜ਼ ਦਾ ਕਿਰਾਇਆ ਦਿੰਨੇ ਆ ਸਰ ਮੈਂ ਰੈਂਟ ਦੇ ਉੱਤੇ ਆ ਇੱਥੇ ਭਾਜੀ ਸਕੂਲ ਹੈ ਸਾਨੂੰ ਵੀ ਮੈਂ ਸਕੂਲ ਦੇ ਵਿੱਚ ਇਹ ਮਾਰਕੀਟ ਹੈ ਤੁਸੀਂ ਮੈਨੂੰ ਇਹ ਦੱਸੋ ਠੀਕ ਹੈ ਤੈਨੂੰ ਬੁੱਕਸ ਤੇ ਜੀਐਸਟੀ ਕਿਰਾਇਆ ਭਰਨਾ ਕਿੱਥੋਂ ਤੁਸੀਂ ਕੱਚਾ ਬਿੱਲ ਕਿੱਦਾਂ ਦੇ ਸਕਦੇ ਹੋ ਬਿਨਾਂ ਬਿੱਲ? ਸਰ ਮੈਂ ਇੱਕ ਚੀਜ਼ ਸਰ ਨਹੀਂ ਬਿਨਾਂ ਬਿੱਲ ਤੋਂ ਤੁਸੀਂ ਕਿੱਦਾਂ ਇਹਨੂੰ ਮਾਲ ਨੂੰ ਵੇਚੋ? ਇਹਦਾ ਟੈਕਸ ਬੋਲਦੇ ਅੰਦਰ ਜਦੋਂ ਸਰ ਜੀਐਸਟੀ ਨੰਬਰ ਹੈਗਾ ਤੁਹਾਡਾ? ਸਰ ਮੇਰੇ ਨਹੀਂ ਇਹਨੂੰ ਪ੍ਰਿੰਟ ਵੀ ਹੈ ਨਹੀਂ ਤੁਹਾਡਾ।
ਉਹਦੀ ਨਹੀਂ ਬਣੀ ਮੇਰੀ ਗੱਲ ਇਹ ਨਹੀਂ ਹੈ ਇੱਕ ਮਿੰਟ ਦੱਸੋ ਇਹਦਾ ਨਹੀਂ ਇਹਦਾ GST ਨੰਬਰ ਤੁਸੀਂ ਪੱਕਾ ਬਿੱਲ ਨਹੀਂ ਦੇ ਰਹੇ ਕਿਹਦਾ ਸਰ ਬੁੱਕਸ ਦਾ ਸਰ ਜਿਹੜੀ ਨਾ ਮੈਡਮ ਦਾ ਫੋਨ ਫੋਨ ਦੇ ਨਹੀਂ ਕਰ ਰਹੇ ਸਰ ਨਹੀਂ ਕਰ ਰਹੇ ਕਿਤੇ ਫੋਨ ਦੇ ਦਿਓ ਸਰ ਇੱਥੋਂ ਦੇ ਹੈ ਹੀ ਨਹੀਂ ਸਰ ਅਸੀਂ ਇੱਥੇ ਹੈ ਨਹੀਂ ਤੇ ਯੂਜ਼ ਨਾ ਕਰੋ ਫਿਰ ਰੱਖ ਦਿਓ ਤੁਸੀਂ ਰੱਖ ਦਿਓ ਸਰ ਉਹ ਥੋੜੀ ਕੋਈ ਗੱਲ ਨਹੀਂ ਤੁਸੀਂ ਸਰਕਾਰ ਦਾ ਚੁਣਾ ਲਗਾ ਨਹੀਂ ਸਰ ਮੈਂ ਤੁਹਾਡੇ ਸਾਹਮਣੇ ਵੀ ਬਿੱਲ ਸਰ ਕੱਟਿਆ ਇੱਕ ਚੀਜ਼ ਸਰ ਮੈਂ ਸਰ ਇਹ ਤਾਂ GST ਸਰ ਇੱਕ ਚੀਜ਼ ਹੈ ਸਰ ਮੈਂ MRP ਦੇ ਮੈਂ ਸਰ ਉਸ ਤੋਂ ਬਾਅਦ ਸਰ ਜਦੋਂ ਬਿੱਲ ਦੇ ਉੱਤੇ ਸਰ ਮੈਂ ਤੁਹਾਨੂੰ ਇਹ ਪੁੱਛਿਆ ਤੁਸੀਂ ਕਸਟਮਰ ਨੂੰ ਪੱਕਾ ਬਿੱਲ ਦੇ ਰਹੇ ਹੋ ਅੱਜ ਤੁਸੀਂ ਕੱਚਾ ਬਿੱਲ ਦੇ ਰਹੇ ਹੋ ਸਰ ਇੱਕ ਮਿੰਟ, ਜੋ ਮੰਗੀ ਕਰਦੇ ਆ ਸਰ, ਉਹਨਾਂ ਨੂੰ ਜਿਹੜੇ ਕਿਹਾ ਸੀ ਲੈ ਲਓ। ਨਹੀਂ ਮੰਗ ਕਿਉਂ ਕਰਦੇ ਇਹਦਾ ਮਤਲਬ ਤੁਸੀਂ ਗਲਤ ਕੰਮ ਕਰ ਰਹੇ ਹੋ ਨਹੀਂ ਸਰ ਅਸੀਂ ਕੋਈ ਗਲਤ ਨਹੀਂ ਕਰਦੇ ਕੋਈ ਵੀ ਦੂਸਰੀ ਗੱਲ ਸਰ ਇੱਕ ਚੀਜ਼ ਅੱਛਾ ਹੋਰ ਤੁਹਾਨੂੰ ਕਿਸੇ ਨੂੰ ਇਦਾਂ ਦਾ ਕੋਈ ਬਿੱਲ ਦਿੱਤਾ ਪੇਰੈਂਟਸ ਨੂੰ ਸਰ ਇੱਕ ਚੀਜ਼ ਸਰ ਮੈਨੂੰ ਮੇਰੀ ਇੱਕ ਰਿਕੁਐਸਟ ਹੈ ਸਰ ਮੈਂ ਕਹੂੰ ਸਰ ਨਹੀਂ, ਕਿਸੇ ਕੁਛ ਪੇਰੈਂਟਸ ਏਦਾਂ ਦੀ ਨੂੰ ਪਰਚੀ ਇੰਨੀ ਗੱਲ ਕਨਫਰਮ ਕਰ ਸਕਦੇ ਹੋ ਤੁਹਾਨੂੰ ਅਸੀਂ ਪੂਰੀ ਬੁੱਕਸ ਦਿੱਤੀ ਪਹਿਲੀ- ਤੁਸੀਂ ਸਰ ਕੋਈ ਕਿਸੇ ਚੀਜ਼ ਦੀ ਕੋਈ ਜਿਹੜੇ ਤੁਸੀਂ ਮੰਗੀ ਇੱਕ ਨਹੀਂ, ਮਿੰਟ ਪਹਿਲੀ ਸਰ, ਗੱਲ ਤਾਂ ਇੱਕ ਮੈਡਮ ਇਹ ਹੈ, ਮਿੰਟ, ਇੱਕ ਸੁਣੋ, ਮਿੰਟ, ਪਹਿਲਾਂ ਗੱਲ ਮੇਰੀ ਗੱਲ ਸੁਣੋ। ਤੁਸੀਂ ਜਿਹੜੀਆਂ ਮੰਗੀਆਂ ਦਿੱਤੀਆਂ ਵਧੀਆ ਮੈਂ ਇਹ ਕਹਿ ਰਿਹਾ ਵਾਂ ਮੈਨੂੰ ਆਪ ਪਰੇਸ਼ਾਨੀਆਂ ਦੇਖੋ ਮੈਂ ਤੁਹਾਨੂੰ ਕਹਿੰਦਾ ਵੀ ਆਪੇ ਆ 325 ਰੁਪਏ ਦੀ ਆ ਬੁੱਕ ਜੇ ਬਾਹਰੋਂ ਵੀ ਨਹੀਂ ਮਿਲਦੀਆਂ ਪਈਆਂ ਆ ਤਿੰਨ ਪੇਜਾਂ ਵਾਲੀ 325 ਰੁਪਏ ਇਹਨਾਂ ਮੈਡਮ ਦੀ ਗੱਲ ਸੁਣੋ। ਔਰ ਬਾਹਰੋਂ ਕੁਝ ਮਿਲਦੀਆਂ ਨਹੀਂ ਵਾਲੀਆਂ ਸਾਨੂੰ ਬਾਹਰੋਂ ਨਹੀਂ ਮਿਲਦੀਆਂ ਹੀ ਨਹੀਂ ਅਸੀਂ ਘੁੰਮ ਫਿਰ ਕੇ ਫਿਰ ਕਈ ਸ਼ਾਪਾਂ ਤੇ ਧੱਕੇ ਖਾ ਕੇ ਫਿਰ ਐਕਚੁਅਲੀ ਇਹਨਾਂ ਨੇ ਕੀ ਕੀਤਾ ਹੈ ਜਿਹੜੀ ਬੁੱਕ ਨਾ ਆਪਣੀ ਹੀ ਮੇਨਟੇਨ ਕੀਤੀ ਹੋਈ ਹੈ ਬਾਹਰ ਅਵੇਲੇਬਲ ਨਹੀਂ ਐਸਾ ਨਹੀਂ ਸਰ ਕੋਈ 10% ਜਾਂ 5% ਕੋਈ ਹੋਵੇਗਾ ਨਹੀਂ ਅਸੀਂ ਕਿਸੇ ਪੇਰੈਂਟਸ ਬਾਹਰ ਅਵੇਲੇਬਲ ਹੈ ਕਿਸੇ ਸ਼ਾਪ ਉਹ ਬ੍ਰਦਰ ਜੇ ਬਾਹਰੋਂ ਮਿਲਣੀ ਨਹੀਂ ਤਾਂ ਤੁਹਾਡੇ ਕੋਲ ਆਉਣਾ ਇਹ ਜੋ ਚੀਜ਼ ਉਹਨਾਂ ਨੇ ਲੈਣੀ ਉਹਦੀ ਮਿਲਣੀ ਨਹੀਂ ਬਾਜ਼ਾਰੋਂ ਤੇ ਤੁਹਾਡੇ ਤੋਂ ਹੀ ਆਉਣਾ ਆ ਜਿਹੜਾ ਇੱਥੇ 2000 ਦੁਕਾਨ ਹੈ ਮਾਈ ਰੰਗ ਇੱਕ ਵੀ ਨਹੀਂ ਮਿਲੂਗੀ ਇੱਕ ਵੀ ਨਹੀਂ ਕਿਤਾਬ ਮਿਲਣੀ ਉੱਥੋਂ ਤਾਂ ਮਿਲਦੀ ਨਹੀਂ ਵੀ ਤੇਰੇ ਕੋਲ ਕਿੱਥੋਂ ਆ ਗਈ ਹੈ 3 ਦਿਨ ਹੋ ਗਏ ਜੀ ਘੁੰਮਦਾ ਨਹੀਂ ਮਿਲੀ ਬੁੱਕਾਂ ਵਾਲੀ ਇੱਕ ਕਿਤਾਬ ਵੀ ਲੈ ਲਿਓ ਚਲੋ ਇਸ ਸੈੱਟ ਚੋਂ ਕਿਸੇ ਵੀ ਕਲਾਸ ਦੀ ਇੱਕ ਕਿਤਾਬ ਵੀ ਲੈ ਲਿਓ ਮੈਂ ਕਹਾਂ ਮੈਂ ਸਾਰਾ ਜੋ ਕਹੋ ਮੈਂ ਦਊਂਗਾ ਤੁਹਾਨੂੰ ਕਿਉਂਕਿ ਲਗਾਉਂਦੀ ਉਹ ਜਿਹੜੀ ਸਾਨੂੰ ਮਿਲੇ ਹੀ ਨਾ ਮੈਂ ਇੱਕ ਪੇਰੈਂਟਸ ਹਾਂ ਜੇ ਇਸ ਵੱਲੋਂ ਤੁਸੀਂ ਆਉਂਦੇ ਹੋ ਨਹੀਂ ਮੈਂ ਪੈਸਾ ਤੁਹਾਡੀ ਕੀ ਗੱਲ ਕੀਤੀ ਮੈਂ ਤੁਹਾਡਾ ਤੁਸੀਂ ਆਪਣੇ ਬਾਈ ਪਲੀਜ਼ ਇੱਕ ਗੱਲ ਮੇਰੇ ਆਪਣਾ ਸੈੱਟ ਬਣਾਓ ਨਾ ਦੇਖੋ ਮੈਂ ਤੁਹਾਡਾ ਆਪਦੇ ਕੀ ਗੱਲ ਕੀਤੀ ਸਰ ਅਸੀਂ ਆਪੇ ਬੜੇ ਪਰੇਸ਼ਾਨ ਹਾਂ ਮੈਂ ਵੀ ਇੱਕ ਪੇਰੈਂਟਸ ਹਾਂ ਜਿਹਦੇ ਵੀ ਬੱਚੇ ਨੇ ਮੈਂ ਕਹਿੰਦਾ ਮੈਂ ਖੁਦ ਕਹਿੰਦਾ ਕਿ NCERT ਹਾਂਜੀ ਅਸੀਂ ਖੁਦ CBSE ਹਾਂਜੀ ਸਰ ਮੇਰੀ ਗੱਲ ਸਮਝਦੇ ਸਰ ਇੱਕ ਮੇਰੀ ਛੋਟੀ ਜਿਹੀ ਤੁਸੀਂ ਮੇਰੇ ਕੋਲ ਆਏ ਹੋ ਤੁਸੀਂ ਮੈਨੂੰ ਇੱਕ ਗੱਲ ਕਹੀ ਸਰਕਾਰ ਨੇ ਕਿਹਾ ਤੁਸੀਂ ਜਿਹੜੀ ਮਰਜ਼ੀ ਲੈ ਸਕਦੇ ਸਰ ਮੇਰੀ ਤੁਸੀਂ ਤੁਹਾਡੀ ਸ਼ੌਪ ਨਹੀਂ ਹੈ ਸਰ ਮੈਂ ਇਹ ਰੈਸਟੋਰੈਂਟ ਹੈ ਰੈਸਟੋਰੈਂਟ ਦੇ ਉੱਪਰ ਖੋਲਿਆ ਗਿਆ ਵਾ ਅਨਲੀਗਲ ਕੰਮ ਹੈ ਅਨਲੀਗਲ ਹੈ ਇਹ ਬਲਕਿ ਤੁਸੀਂ ਮਾਰਕੀਟ 'ਚ ਹੁੰਦੇ ਤੁਹਾਨੂੰ ਚੈਲੰਜ ਨਾ ਕਰਦੇ ਮਾਈਰਾ ਗੇਟ ਦੁਕਾਨ ਦੀ ਚੈਲੰਜ ਨਹੀਂ ਕਰ ਸਕਦੇ ਤੁਹਾਨੂੰ ਇਹ ਅਨਲੀਗਲ ਹੈ ਇੱਕ ਸਕੂਲ ਦੀ ਕਾਪੀ ਜਿੱਤੇ ਸਕੂਲ ਦਾ ਨਾਮ ਲਿਖਿਆ ਉਹਨੂੰ ਤੁਸੀਂ ਕਿੱਦਾਂ ਪ੍ਰਾਈਵੇਟ ਵੇਚ ਸਕਦੇ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਆਪਾਂ ਵੇਚ ਸਕਦੇ ਸਕੂਲ ਨੂੰ ਪ੍ਰਮੋਟ ਕਰਦੇ ਪਏ ਫਿਰ ਤੁਸੀਂ ਕਿਉਂ ਇਹ ਕਰ ਰਹੇ ਹੋ ਤੁਸੀਂ ਵੀ ਗਲਤ ਤੁਹਾਨੂੰ ਇਹ ਕਿਹਾ ਕਿ ਸਾਡੇ ਸਕੂਲ ਨੇ ਮੈਂ ਅਸੀਂ ਤੁਹਾਨੂੰ ਕਿਹਾ ਕਿ ਸਾਡੇ ਵੱਲ ਲਾਓ ਨਹੀਂ ਮੈਡਮ ਜੀ ਮਿਲੂਗੀ ਕਿੱਥੋਂ ਹੋਰ ਕਿੱਥੋਂ ਮਿਲੂਗੀ ਹੋਰ ਕਿੱਥੋਂ ਮਿਲੂਗੀ ਮੈਡਮ ਆਰਾਮ ਨਾਲ ਤੁਸੀਂ ਬੈਠੋ ਪੇਰੈਂਟਸ ਕਿੱਥੇ ਜਾਊਗੇ ਮੈਂ ਜੇ ਪੇਰੈਂਟਸ ਕਿੱਥੇ ਜਾਊਗੇ ਜੇ ਬਾਹਰੋਂ ਨਹੀਂ ਮਿਲੂਗੀ ਤਾਂ ਨਮਾਜ਼ ਪੜ੍ਹਨ ਦੇ ਵਾਲੇ ਸਰ ਇਹ ਤੁਸੀਂ ਆਰਾਮ ਨਾਲ ਓ ਯਾਰ ਸਾਰੇ ਬੱਚਿਆਂ ਦੇ ਰਿਜ਼ਲਟ ਰੋਕੇ ਹੋਏ ਇਹਨਾਂ ਨੇ ਕਿਤੋਂ ਵੀ ਕਾਪੀ ਲੈ ਸਕਦੇ ਆ ਪਰ ਇਹਨਾਂ ਨੇ ਇੱਥੋਂ ਹੀ ਮਿਲਣੀ ਹੈ ਅਰੋੜਾ ਸਾਹਿਬ ਸਾਰੇ ਬੱਚਿਆਂ ਦੇ ਰਿਜ਼ਲਟ ਰੋਕੇ ਇਹਨਾਂ ਨੇ ਸਕੂਲ ਵਾਲਿਆਂ ਨੇ ਸਰ ਰੋਕੇ ਤਾਂ ਕਿ ਤੁਸੀਂ ਪੇਮੈਂਟ ਮੈਡਮ ਆ ਕੀ ਹੈ ਤੁਸੀਂ ਚਲੋ ਠੀਕ ਆ ਉਸ ਗੱਲ ਦੀ ਇਸ ਗੱਲ ਦਾ ਜਵਾਬ ਦਿਓ ਮੈਡਮ ਇਹ ਤੁਸੀਂ ਇਸ ਗੱਲ ਦਾ ਜਵਾਬ ਦਿਓ ਕਿ ਇਹ ਕਿਤਾਬਾਂ ਬਾਹਰੋਂ ਮਿਲੂਗੀ ਉਧਰ ਨਹੀਂ ਗੱਲ ਲੇਡੀਜ਼ ਨਾਲ ਸੌਰੀ ਸਰ ਮੈਂ ਫੀਲ ਕਰਦਾ ਤੇ ਤੁਸੀਂ ਮੈਨੂੰ ਜਵਾਬ ਦੇ ਦਿਓ ਕਿ ਇਹ ਕਿਤਾਬ ਬਾਹਰ ਮਿਲੂਗੀ ਸਾਨੂੰ ਬਾਹਰੋਂ ਮਿਲੂਗੀ ਜਵਾਬ ਦੇ ਦਿਓ ਇਸ ਗੱਲ ਦਾ ਅਸੀਂ ਤੁਹਾਡੇ ਕੋਲ ਕੋਈ ਕਿਹੜੀ ਗੱਲ ਮੇਰੀ ਸੁਣੋ ਤੁਸੀਂ ਹੁਣੇ ਕੀ ਕਿਹਾ ਤੁਸੀਂ ਹੁਣੇ ਕੀ ਕਿਹਾ ਤੁਸੀਂ ਨਹੀਂ ਕਰਨਾ ਮਗਰ ਮੈਨੂੰ ਇਹ ਦੱਸੋ ਕਿ ਅਸੀਂ ਕਿੱਥੋਂ ਮੇਰੀ ਗੱਲ ਬਾਹਰੋਂ ਮਿਲ ਰਹੀ ਨਹੀਂ ਇਹ ਸਕੂਲ ਦਾ ਇਸ ਦੁਕਾਨ ਦਾ ਐਡਰੈਸ ਹੈ ਜਗ੍ਹਾ ਦਾ ਰੈਸਟੋਰੈਂਟ ਦਾ ਨਾਮ ਨੰਬਰ ਕਿੱਥੋਂ ਜਾਣਾ ਸਾਰੇ ਪੇਰੈਂਟਸ ਖੜੇ ਹਨ ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਹੈ ਭਾਈ ਸਾਰੇ ਪੇਰੈਂਟਸ ਦੀ ਇੱਕ ਵਾਰੀ ਲੱਲਾ ਵੀ ਤੁਹਾਨੂੰ ਕਿੱਦਾਂ ਕਰਦੇ ਸੀ ਮੈਂ ਹੁਣੇ ਸੁਣਵਾਈ ਕਰਾ ਰਿਹਾ ਸਰ 10 ਮਿੰਟ
ਹਾਂਜੀ ਸਰ ਦੱਸੋ ਕੀ ਹੋਇਆ ਅੱਜ ਸਰ ਇਹ ਬੁੱਕਸ ਲੈਣ ਆਏ ਆ 3 ਦਿਨ ਹੋ ਗਏ ਨੇ ਬਾਜ਼ਾਰ 'ਚ ਘੁੰਮਦੇ ਆ ਬੱਚੇ ਦੀ ਬੁੱਕਸ ਨਹੀਂ ਮਿਲਦੀਆਂ ਪਈਆਂ ਇੱਥੋਂ ਆ ਕੇ ਲੈਣ ਆਏ ਆ ਉਹਨਾਂ ਨੇ ਬੁੱਕ ਦੇ ਦਿੱਤੀਆਂ ਪਰ ਬੁੱਕਸ ਦਾ ਪ੍ਰਾਈਸ ਹੀ ਇੰਨਾ ਕੁਝ ਜ਼ਿਆਦਾ ਹੈ ਸਾਡੇ ਤੇ ਪੈਸਾ ਤਾਂ ਜ਼ਮੀਨ ਹੈ ਕਿੰਨਵੀਂ ਕਲਾਸ ਦਾ ਬੱਚਾ ਤੁਹਾਡਾ 6th ਕਲਾਸ ਦਾ ਬੱਚਾ ਹੋਇਆ 6th ਕਲਾਸ ਦੇ ਬੱਚੇ ਦੇ ਅੱਧਾ ਸੈੱਟ ਹੈਗਾ 3000 ਰੁਪਏ ਦਾ 2600 ਰੁਪਏ 2600 ਕੁਝ ਰੁਪਏ ਦਾ ਜਿੱਥੇ ਤੁਸੀਂ ਲੈ ਅੱਧਾ ਸੈੱਟ ਆਮ ਦੁਕਾਨ ਹੈਗੀ ਆ ਸਕੂਲ ਦੀ ਹੈ ਸੁਜ਼ਾਵਾ ਸ਼ੇਖ ਹੁਕਮਚੰਦ नहीं वो कोई मसले नहीं है ये कोई मसला नहीं है मसला ये नहीं है मसला ये यार मसला ये यार मसला ये यार ਤੁਸੀਂ ਕਿਉਂ ਆਰਡਰ ਲਿਆ ਇੰਨੀ ਜਗ੍ਹਾ ਲੈ ਕੇ ਤੁਸੀਂ ਆਰਡਰ ਚੱਲੀ ਲਿਆ ਸਕੂਲ ਦਾ ਦੇਖੇ ਦੇਖਾ ਤਾਂ ਤੁਸੀਂ ਦੇਖਾ ਹੀ ਲੈਣਾ ਸਕੂਲ ਕੋ ਆ ਸਕੂਲ ਦੀ ਐਡ ਕਰਦੇ ਹੋ ਤੁਸੀਂ ਆ ਮੈਨੂੰ ਗੱਲ ਦੱਸੋ 325 ਰੁਪਏ ਦੀ ਡਰਾਈਵ 25 ਰੁਪਏ ਦੀ ਬੁੱਕ ਕਰਾ 325 ਰੁਪਏ ਦੀ ਡਰਾਈਵ ਦੀ ਬ੍ਰੇਕ ਨੰਬਰ ਵੀ ਮਹੀਨੇ ਚ 5-6 ਦਿਨ ਆਪਾਂ ਲੋਕ ਤਾਂ ਅੱਗੇ ਹਿੱਲੇ ਪਏ ਆ ਤੁਸੀਂ ਆ ਜਾਓ ਤੁਸੀਂ ਆਪਣੀ ਬੈਂਸ ਸੁਣਾਓ ਤੁਸੀਂ ਸਾਈਡ ਹੋ ਜਾਓ ਤੁਹਾਡਾ ਇੱਕ ਰੋਲ ਨਹੀਂ ਹੈ ਨਾ ਤੁਸੀਂ ਸਾਈਡ ਹੋ ਜਾਓ ਨਹੀਂ ਤੁਸੀਂ ਸਾਈਡ ਹੋ ਜਾਓ ਬਾਅਦ ਚ ਸੁਣਾਂਗੇ ਤੁਸੀਂ ਸਰ ਬਾਅਦ ਚ 2 ਮਿੰਟ ਰੁਕੋ ਨਹੀਂ ਸੁਣਾਂਗੇ ਬਾਅਦ ਸਾਡੀ ਬਾਅਦ ਤੁਸੀਂ ਪੁੱਛੋ ਇਹਨਾਂ ਨੂੰ ਬਾਅਦ ਤੁਸੀਂ ਪੁੱਛੋ ਇਹ ਚੀਜ਼ ਨੂੰ ਨਹੀਂ ਕਿਹਾ ਇਹਨੂੰ ਨਾ ਚੱਕੋ ਨਹੀਂ ਕਿਹਾ ਸਰ ਇਹਨੂੰ ਇੱਥੇ ਰਹਿਣ ਦਿਓ ਤੁਸੀਂ ਆਰਾਮ ਨਾਲ ਬੈਠ ਜਾਓ ਇੱਕ ਜਗ੍ਹਾ ਤੇ ਇਹਦੇ ਪੈਸੇ ਦਿੱਤੇ ਇਹਨੂੰ ਇਹ ਬਿੱਲ ਤਾਂ ਇੱਥੇ ਹੀ ਕਿਤੇ ਨਹੀਂ ਜਾਣਾ ਆਪਾਂ ਸਿਰਫ ਇਹ ਤਾਂ ਦੱਸਣਾ ਤੁਹਾਡੇ ਕੋਲ ਹੈ ਕੋਈ ਨਹੀਂ ਇਹ ਨਹੀਂ ਜਿਹੜੀ ਅਸੀਂ ਬਾਜ਼ਾਰੋਂ ਲਈਏ ਉਹ ਕਹਿੰਦੇ ਜੀ ਇਹ ਨਹੀਂ ਚੱਲਣੀ ਅੱਗੇ ਇਹਨਾਂ ਅਕਾਊਂਟ ਕਵਰ ਜਿਹੜਾ ਸਾਰੀ ਜਗ੍ਹਾ ਲੱਗਣਾ 6 ਤੇ ਹੁਣ ਕਹਿੰਦੇ ਵੀ ਆ ਤੁਹਾਡੀ ਨੋਟ ਨਹੀਂ ਨਹੀਂ ਇਹਦੇ ਚ ਬ੍ਰਦਰ ਤੁਸੀਂ ਕਿਹੜੀ ਲਿਸਟ ਸਰ ਮੈਂ ਨਾ ਅੱਧੇ ਬੁੱਕਸ ਮੇਰੇ ਕੋਲ ਹੈਗੀਆਂ ਇੰਨੀਆਂ ਹੈਗੀਆਂ ਮੈਂ ਅੱਧੀਆਂ ਬੁੱਕਸ ਮਿਲ ਗਈਆਂ ਬਾਕੀ ਮੈਂ ਜਿਹੜੀ ਮੇਰੀ ਬਾਕੀ ਤੁਹਾਡੀ ਪੁਰਾਣੀ ਮੇਰਾ ਵੱਡਾ ਬੇਟਾ ਉਹ 7 ਚ ਹੋਇਆ 6 ਦੇ ਬੁੱਕਸ ਦੇ ਲੱਗ ਗਏ ਹੋ ਗਿਆ ਸਰ ਹੋ ਗਿਆ ਛੱਡ ਦਿਓ ਹੋ ਗਿਆ ਸਾਰਾ ਕੰਮ ਸਰ ਮੈਂ ਕੋਈ ਓਵਰ ਰੇਟ ਤਾਂ ਨਹੀਂ ਲਾਇਆ ਕੋਈ ਨਹੀਂ ਵੀਰੇ ਤੈਨੂੰ ਤੇ ਕਿਹਾ ਹੀ ਨਹੀਂ ਸੀ ਕੁਛ ਤੈਨੂੰ ਤੇ ਕਿਹਾ ਹੀ ਨਹੀਂ ਸੂਰੇ ਦੇ ਸਕੂਲ ਵਾਲੇ ਨੇ ਕੁਛ ਵੀ ਨਹੀਂ ਕਰਦਾ ਇਹ ਤਾਂ ਤੇਰੇ ਤੈਨੂੰ ਤੇ ਕਹਿੰਦੇ ਹੀ ਨਹੀਂ ਇਹ ਸਕੂਲ ਵਾਲੇ ਨੂੰ ਕਹਿੰਦੇ ਵੀ ਤੁਹਾਡੀ ਬੁੱਕਸ ਬਾਹਰ ਕਿਉਂ ਨਹੀਂ ਕਰੀ ਚਲੋ ਬੈਂਸ ਤੁਸੀਂ ਨਾ ਬਾਅਦ ਵਿੱਚ ਆਓ ਤੁਸੀਂ ਉਧਰ ਪਲੀਜ਼ ਕਾਈਂਡਲੀ ਇੱਧਰ ਆ ਜਾਓ ਸਾਨੂੰ ਆਪਣਾ ਵਰਕ ਆ ਜਾਓ ਤੁਸੀਂ ਕਿੱਦਾਂ ਇਹ ਸਾਰੇ ਸਕੂਲਾਂ ਦੀ ਕੋਈ ਨਹੀਂ ਹਰ ਜਗ੍ਹਾ ਜਾਵਾਂਗੇ ਜੋ ਸਾਡੇ ਸਾਹਿਬ ਦੇ ਆਰਡਰ ਹੀ ਪੂਰੇ ਕਰ ਇਹ ਬੱਚਿਆਂ ਨੂੰ ਨਾ ਭਾਜੀ ਹਰ ਸਕੂਲ ਦੇ ਵਿੱਚ ਹੀ ਡਰੈਸ ਦੇ ਵਿੱਚ ਹੀ ਜਿਹੜੇ ਯੂਨੀਫਾਰਮ ਹੁੰਦੇ ਸੇਮ ਕਿਤਾਬਾਂ 'ਚ ਸੇਮ ਹਰ ਚੀਜ਼ 'ਚ ਇਹੀ ਚੋਰ ਬਜ਼ਾਰੀ ਇਹਨਾਂ ਨੇ ਪਾਈ ਹੋਈ ਹੈ ਵੀ ਆ ਜਿਹੜੀ ਕਿਤਾਬ ਹੈ ਮੇਰੇ ਖਿਆਲ ਭੈਣ ਜੀ ਨੂੰ 10 ਰੁਪਏ ਦੀ ਹੁੰਦੀ ਇਸ ਤੋਂ ਵੀ ਘੱਟ ਹੈ ਨਾ ਸ਼ਾਇਦ ਘੱਟ ਹੀ ਹੋਊਗੀ 7-8 ਰੁਪਏ ਚ 7-8 ਰੁਪਏ ਦੀ ਮਿਲ ਜਾਂਦੀ ਤੇ ਜਿਹੜੀ ਇਹਨਾਂ ਨੇ 20 ਰੁਪਏ ਦੀ ਲਾਣੀ ਮੀਨ ਡਬਲ ਤੋਂ ਜ਼ਿਆਦਾ ਹੋ ਗਏ ਪੈਸੇ ਇੱਧਰ ਜਿਹੜੀ ਕਿਤਾਬਾਂ 8 ਰੁਪਏ ਦੀ ਨੋਟ ਬ੍ਰਦਰ ਇੱਕ ਮਿੰਟ ਤੁਸੀਂ ਤਾਂ ਬੋਲੋ ਮੈਂ ਸੁਣਾ ਇੱਕ ਬ੍ਰਦਰ ਮੈਂ ਇੱਕ ਗੱਲ ਸਮਝ ਗਿਆ ਕਾਪੀਆਂ ਦੇ ਵੀ ਹੈਗੇ ਯਾਰ ਆ ਦੇਖੋ ਜੀ ਐਮਆਰਪੀ ਲਿਖਾ 4 ਰੁਪਏ ਦੀ ਬੋਕਾ ਸਿਰਫ 4 ਦੇ ਜਾਂਦੇ ਆ ਦੇਖੋ ਜੀ 250 ਰੁਪਏ ਦੀ ਹੈ ਸਿਰਫ ਆ 4 ਪੇਜ ਜਾਂਦੇ ਇਹ ਦੱਸੋ ਤੁਸੀਂ ਆ 325 ਰੁਪਏ ਦਾ ਪ੍ਰਾਈਸ ਆ ਇਹ ਇੰਨਾ ਕੁਛ ਮਿਲ ਨਹੀਂ ਬਾਹਰ 3 ਦਿਨ ਘੁੰਮਦੇ ਰਹੇ ਨੇ ਨਹੀਂ ਮਿਲੀ ਸੋ ਇਹ ਜਿਹੜੀ ਚੋਰ ਬਜ਼ਾਰੀ ਹੈ ਇਹਨਾਂ ਦੀ ਇਹੀ ਖਤਮ ਕਰਨੀ ਹੈ 350 ਘੱਟ ਦੇ ਬੁੱਕ ਹੀ ਕਿਤਾਬਾਂ ਜਦ ਕਿ ਐਕਚੁਅਲੀ ਜਿਹੜਾ ਬੁੱਕ ਦਾ ਪ੍ਰਾਈਸ ਹੈ ਨਾ ਭਾਜੀ ਐਕਚੁਅਲੀ ਪ੍ਰਾਈਸ 50-60 ਰੁਪਏ ਤੋਂ ਉੱਪਰ ਨਹੀਂ ਹੈ ਜਾਂ 100 ਰੁਪਏ ਹੋਊਗਾ ਜ਼ਿਆਦਾ ਜਿਹੜੀ ਮੋਟੀ ਮਨੋਂ ਕਿੱਥੇ ਗਿਆ ਇਹਦਾ ਉਹਦਾ ਹੋ ਗਿਆ 50% ਲੈਸ ਪਹਿਲੇ 7000 ਦਾ 14000 ਕਰਤਾ ਬਾਈ 50% ਲੈਸ ਵਰਦੀਆਂ ਵੀ ਇਹਨਾਂ ਚੇਂਜ ਕੀਤੀਆਂ ਸੀਗੀਆਂ ਆਹੋ ਵਰਦੀਆਂ ਵੀ ਰੁੱਟ ਪਾਈ ਹੋਈ ਇਹਨਾਂ ਨੇ ਇਹ ਸਾਰੀ ਸੇਲ ਹਾਂਜੀ ਟੋਟਲ ਦੇਖੋ ਆ ਮੜਾ ਦਿਖਾਓ ਸ਼ੋਅ ਕਰੀ ਜੀ ਆ ਦੇਖੋ ਇਹ ਵੀ ਭਰਾਓ ਜਰਾ ਇਹ ਖੋਲੇ ਜਾਓ ਬੱਲੇ ਬੱਲੇ ਬਾਰੀ ਦੇ ਵਿੱਚ ਬੱਲੇ ਬੱਲੇ ਤੂੰ ਲਿਆ ਫੋਨ ਨੰਬਰ
ਉਹ ਬਾਅਦ परमवीर वाला ਮੇਰੇ ਬੰਦ ਕਰਾ कैरी गुडी के गोल बोल दो मैडम, खोल दो हमारा नहीं है। आप उधर चलो, आप इसको आप खोल दो। करने दो आप, चलो आप खड़ो। हाँ जी ਉਹਨਾਂ ਨੇ ਪੇਮੈਂਟ ਕਰ ਦਿੱਤੀ ਤੁਸੀਂ ਕਿਉਂ ਹੈਡ हाँ जी ਬਸ ਕਰਦਾ ਤਾਂ ਥੋੜੀ ਦੇਰ ਜੇ ਤੁਸੀਂ ਹੁਣ ਉੱਧਰ ਗਏ ਹੈ ये हमारी बिल्डिंग है। ਸਾਡੀ ਇਹਨਾਂ ਨੇ ਬੁਲਾਇਆ ਕਹਿੰਦੇ ਸਾਨੂੰ ਅੰਦਰ ਬੁਲਾ नहीं मैं नहीं बुलाया इन्होंने बात की। ਤੁਸੀਂ ਮੈਨੂੰ ਕਿਹਾ ਕਿ ਮੈਨੂੰ कोई नहीं तुसी चल जाओ। है ना? ਇਹ ਬਿਲਡਿੰਗ ਲੱਗ ਹੈ कोई नहीं ਹੁੰਦਾ यार सरकार ਦੀ ਕੀ ਲੈਣਾ ਦੇ ਜੇ ਤੁਹਾਡਾ ਹੈ ਨਹੀਂ ਇਦਾਂ ਇਹ ਮੇਰੀ ਹੈ ਭਾਈ ਆ ਮੇਰੀ ਤਾਂ ਇੱਧਰ ਆਇਆ ਮੈਂ ਇਹਨਾਂ ਨੂੰ ਪੁੱਛਣ ਆ ਜਾਓ ਤੁਸੀਂ ਆ ਭਾਈ ਮੇਰੀ ਗੱਲ ਆ ਜਾਓ ਉਹ ਮੇਰੀ ਹੈ ਸਾਹਿਬ ਜੀ ਪਿੰਡ ਇਹ ਖੜਾ ਹੋ ਜਰਾ ਬਾਹਰ ਜਦੋਂ ਮੇਰੀ ਗੱਲ ਨਹੀਂ ਨਹੀਂ ਤੁਹਾਡੀ ਲੋੜ ਨਹੀਂ ਪ੍ਰੈਸ ਵਾਲੇ ਬੁਲਾਓ ਸਾਰੇ ਤੂੰ ਇਹ ਕਿਸੇ ਦੀ ਸੁਣਦੇ ਵੀ ਨਹੀਂ ਸੀਗੇ ਕੋਈ ਹੁਣ ਸੁਣੋਗੇ ਹੁਣ ਸਾਨੂੰ ਵੀ ਤੁਹਾਨੂੰ ਇੱਧਰ ਜਿਹੜੀ ਪਾਰਟੀ ਆਉਂਦੀ ਸੀ ਉਹਨਾਂ ਵੱਲ ਸੈਟਿੰਗ ਸੀਗੀ ਹੁਣ ਕਿਸੇ ਨੂੰ ਸੁਣਦੇ ਨਹੀਂ ਸੀਗੇ ਨਮਸਕਾਰ ਹੁਣ ਫਸੇ ਆ ਨਾ ਮੁੰਡੀ ਹੁਣ ਕਹਿੰਦੇ ਕੋਈ ਰੁਕੋ ਨਾ ਕਰੋ ਮੇਰਾ ਸਰਕਾਰੀ ਕੰਮ ਹੈ ਸਰਕਾਰ ਨਾਲ ਕੰਮ ਕਰਦਾ ਮੈਂ ਆ ਗਈ ਹੈ ਆ ਕਿਹੜਾ ਕੰਮ ਹੈ ਸਰਕਾਰੀ ਨੂੰ ਪ੍ਰਾਈਵੇਟ ਕੀ ਗੱਲ ਹੈ ਯਾਰ ਕੀ ਗੱਲ ਹੈ ਅੰਦਰ ਕੀ ਕਰਦੇ ਤੇ ਮੈਨੂੰ ਲੱਗਾ ਮੈਂ ਪੜੋਸੀ ਮੈਂ ਇੱਥੇ ਕੀ ਕਰਦੇ ਵੇ ਇੱਥੇ ਕੀ ਆ ਕੋਈ ਨਾ ਯਾਰ ਤੈਨੂੰ ਫਿਰ ਕਿਹਾ ਕਰੀਏ ਤੁਹਾਨੂੰ ਇਸ਼ੂ ਕਿਦਾਂ ਹੋਈ ਗਵਰਨਮੈਂਟ ਨੂੰ ਮੈਂ ਪਿੰਡਾਂ ਦਾ ਯਾਰ ਹੋਊਗਾ ਅਸੀਂ ਮੈਂ ਸਪਲਾਈ ਕਰ ਰਿਹਾ ਅਸੀਂ ਚੈੱਕ ਕਰ ਲੈਣਾ ਠੀਕ ਹੋਊਗਾ ਤੇ ਤੁਹਾਨੂੰ ਕਹਿ ਇਹ ਫ੍ਰੀ ਕਿਦਾਂ ਜਾਂਦੀ ਤੁਹਾਡੇ ਆਪਣਾ ਕਰਦਾ ਸਰਕਾਰੀ ਡਿਪੋ 'ਚ ਮੇਰਾ ਗੁਆਂਢ ਮੈਂ ਮੰਗੀ ਬੋਈ ਮੈਂ ਗੁਆਂਢ ਤੇ ਕਰਕੇ ਇੱਥੇ ਆਇਆ ਮੈਨੂੰ ਉਹਨੇ ਬੁਲਾਇਆ ਕਹਿੰਦਾ ਭਾਈ ਨਹੀਂ ਆਈ ਮੈਂ ਤਾਂ ਆਇਆ ਆਇਆ ਨਹੀਂ ਨੰਬਰ ਭੇਜਿਆ WhatsApp ਕਰ ਦਿਓ ਓਕੇ सारा ये मसला डीसी साहब के ऑर्डर नंबर ला देता ਹੈਲੋ
ਉੱਧਰ ਦਾ ਰਸਤਾ ਨਹੀਂ ਹੈ ਇਹ ਫੈਕਟਰੀ ਦੇ ਸਰ ਥੱਲੇ ਵੀ ਹੋਣਗੇ ਪਿੱਛੇ ਫਲੈਟ ਆ ਆ ਜਾਓ ਯਾਰ, ਤੁਸੀਂ ਨਾ ਕੋਈ ਜਾਓ, ਮੇਰੀ ਗੱਲ ਤਾਂ ਮੈਂ ਉਹੀ ਨਾ ਜਾਊਂਗਾ ਕਹਾਂਗਾ ਅਦਰਵਾਈਜ਼ ਨਹੀਂ ਲੈਣਾ ਸਰਕਾਰੀ ਅਫਸਰਾਂ ਨੇ ਤਾਂ ਤੁਸੀਂ ਨਾ ਕਰੋ। ਆ ਜਾਓ ਤੁਸੀਂ ਸਭ ਤੋਂ ਬੇਸਿਕ सर राम राम ठीक हो एक मिनट होल्ड करिए हाँ जी हाँ जी ਬਾਹਰ ਸਾਨੂੰ ਮਿਲਿਆ ਨਹੀਂ ਪਹਿਲਾਂ ਤੇ ਕਿਹੜੇ ਸਕੂਲ ਦੀਆਂ ਸੇਠ ਕੰਪਨੀ ਠੀਕ ਹੈ ਹਾਂਜੀ ਸਰ ਤੇ ਫਿਰ ਅਸੀਂ ਬਾਹਰੋਂ ਟਰਾਈ ਕੀਤੀਆਂ ਨਹੀਂ ਮਿਲੀਆਂ ਕੁਝ ਸਾਨੂੰ ਸੈਕਿੰਡ ਹੈਂਡ ਬੁੱਕਸ ਮਿਲ ਗਈਆਂ ਬਾਕੀ ਇਹਨਾਂ ਨੇ ਚੇਂਜ ਕਰਤੀਆਂ ਔਰ ਇਹਨਾਂ ਨੇ ਮਤਲਬ ਇੱਕ ਨੰਬਰ ਮੈਂਸ਼ਨ ਕੀਤਾ ਕਿ ਇਹ ਨੰਬਰ ਤੇ ਤੁਸੀਂ ਕਾਲ ਕਰ ਲਓ ਉੱਥੋਂ ਤੁਹਾਨੂੰ ਬੁੱਕਸ ਮਿਲ ਜਾਣਗੀਆਂ ਫਿਰ ਸਾਰੇ ਪੇਰੈਂਟਸ ਇੱਥੋਂ ਹੀ ਆ ਕੇ ਬੁੱਕਸ ਲੈਂਦੇ ਰਹੇ ਫਿਰ ਅਸੀਂ ਅੱਜ ਆਏ ਕਾਫੀ 3 ਦਿਨਾਂ ਬਾਅਦ ਬਾਹਰੋਂ ਟਰਾਈ ਕਰਕੇ ਬਾਹਰੋਂ ਕਿਤੋਂ ਬੁੱਕਸ ਨਹੀਂ ਮਿਲੀਆਂ ਇੱਥੋਂ ਆ ਕੇ ਸਾਨੂੰ ਫਿਰ ਬੁੱਕਸ ਮਿਲੀਆਂ ਇੱਥੇ ਦਾ ਐਡਰੈਸ ਤੁਹਾਨੂੰ ਕਿਹਨੇ ਦੱਸਿਆ ਮੈਡਮ ਸਕੂਲ ਨੇ ਮੈਂਸ਼ਨ ਕਰਤਾ ਸੀ ਪੀਟੀਐਮ ਵਾਲੇ ਦਿਨ ਬਲੈਕ ਬੋਰਡ ਦੇ ਉੱਪਰ ਉਹਨਾਂ ਨੇ ਨੰਬਰ ਦੇ ਦਿੱਤਾ ਸੀ ਕਿ ਇਸ ਜਗ੍ਹਾ ਤੋਂ ਇਸੇ ਪੁਆਇੰਟ ਤੋਂ ਹਾਂਜੀ ਮਿਲੂਗੀ ਹਾਂਜੀ ਸਨੀ ਨਾਮ ਹੈ ਇਹਨਾਂ ਦਾ ਬਾਹਰੋਂ ਸ਼ੁਪਸ ਨੂੰ ਬੁੱਕਸ ਨਹੀਂ ਮਿਲੀ ਸਾਰੀ ਨਹੀਂ ਬਹੁਤ ਟਰਾਈ ਕੀਤੇ ਉਹਨਾਂ ਨੇ ਬੁੱਕਸ ਚੇਂਜ ਕਰਤੀਆਂ ਕੁਝ ਨਹੀਂ ਪਤਾ ਕਿੱਦਾਂ ਕੀ ਹੈ ਸਾਰਾ ਜਿਹੜੀ ਬੁੱਕਸ ਮਿਲੀ ਹੈ ਕਿਸ ਤਰ੍ਹਾਂ ਮਿਲੀ ਹੈ ਐਮਆਰਪੀ ਤੇ ਮਿਲੀ ਹੈ ਐਮਆਰਪੀ ਤੇ ਕਿੰਨੀ ਕਲਾਸ ਦੇ ਬੱਚੇ 6th ਕਲਾਸ तीन चार लोग ट्राई करते हैं बुक्स में नहीं मिले मुझे आगे मिले हमको कितों नहीं मिली है और बड़ी है ना देखो ये कह रहे हैं ਸਕੂਲ ਵਾਲਿਆਂ ਨੇ ਕਿਹਾ ਉੱਥੋਂ ਹੀ ਮਿਲਣੀ स्कूल वाले क्या उससे मिली है तो दूसरी है नोटबुक भी इन्होंने इस बार प्रिंट कर दी है भी वो कहते नोटबुक घड़ी प्रिंट चलनी है भाई ग्राउंड कवर वाले नहीं चलनी अपने ਸਰ ਕਹੀਏ ਜਾਈਏ ਤਾਂ ਮਾਈ ਦਾ ਗੇਟ ਪੂਰਾ ਕਿਤਾਬਾਂ ਦਾ ਹੱਬ ਹੈਗਾ हाँ जी उत्थों नहीं मिली सर सारी बुक घूमी है किरण बुक शॉप पंजाब बुक शॉप नाल आलू ਜਿਹੜੇ ਦੱਸਿਆ ਉਹਨਾਂ ਨੇ ਘੁੰਮਦੇ ਰਹੇ ਨਹੀਂ ਮਿਲੀਆਂ ਪੁਰਾਣੀਆਂ ਮਿਲ ਗਈਆਂ ਜਿਹੜੀ ਚੇਂਜ ਨਹੀਂ ਹੋਈਆਂ ਉਹ ਮਿਲ ਗਈਆਂ ਪੁਰਾਣੀਆਂ ਤੇ ਕਿਹੜੀ ਜਗ੍ਹਾ ਸਰ ਇਹ ਹੋਟਲ ਦੀ ਸ਼ਾਨ ਹੈਗਾ ਜਿਹੜਾ ਬੰਦ ਹੋ ਗਿਆ ਹੋਟਲ ਸਾਡਾ ਟਾਂਡਾ ਰੋਡ ਦੇ ਨਾਲ ਹੀ ਹੈ ਤੇ ਉਹਦੀ ਆਪਣਾ ਫਸਟ ਫਲੋਰ ਦੇ ਉੱਪਰ ਹੀ ਹੈ ਸ਼ੋਪ ਦੇ ਇਹ ਜਗ੍ਹਾ ਤੁਹਾਨੂੰ ਕਿੰਨੇ ਪ੍ਰੋਵਾਈਡ ਦੱਸੀ ਸੀਗੀ ਸਕੂਲ ਵਾਲਿਆਂ ਨੇ ਅੱਛਾ ਸਕੂਲ ਵਾਲਿਆਂ ਨੇ ਕਿਹਾ ਜਿਸ ਦਿਨ ਰਿਜ਼ਲਟ ਲੈਣ ਗਏ ਉਹਨਾਂ ਨੇ ਹੀ ਦੱਸੀ ਇਹ ਜਗ੍ਹਾ ਔਰ ਬਲੈਕ ਬੋਰਡ ਤੇ ਮੈਂਸ਼ਨ ਕੀਤਾ ਬਾਹਰ ਇਹਨਾਂ ਦਾ ਪੈਂਪਲੇਟ ਵੀ ਲੱਗਾ ਥੱਲੇ ਖੇਡ ਕਮ ਜਾਂਦੇ ਦੀਆਂ ਨਾਲ ਸ਼ਿਵ ਜੋਤੀ ਦੀਆਂ ਸਾਰਾ ਕੁਝ ਇੱਥੇ ਮਿਲਦੀਆਂ ਮੁਕਨਾਂ ਦੀਆਂ ਸ਼ਿਵ ਜੋਤੀ ਹੋਰ ਵੀ 2-3 ਸਕੂਲ ਹੈਗੇ ਥੱਲੇ ਨਾਮ ਮੈਂਸ਼ਨ ਹੈਗੇ ਇਹਨਾਂ ਦੇ ਆਪਣੇ ਨਾਮ ਪੈਂਪਲੇਟ ਦੇ ਉੱਪਰ ਸਰ ਕਿੰਨਵੀਂ ਕਲਾਸ ਦਾ ਬੱਚਾ ਤੁਹਾਡਾ 6th ਦਾ ਬੱਚਾ ਤੇ ਕਿੰਨੇ ਰੁਪਏ ਸੈੱਟ ਗਿਆ ਤੁਹਾਨੂੰ ਉਹਨਾਂ ਨੇ ਸਰ ਮੈਂ ਹਾਫ ਬੁੱਕ ਲਈਆਂ 2700 ਕੁਛ ਰੁਪਏ ਦੀ ਹੋਈਆਂ 7 ਕੇ 8 ਬੁੱਕ ਹੈਗੀਆਂ ਮੇਰੀਆਂ ਕੋਲ ਤੁਸੀਂ ਸੈਟੀਸਫਾਈ ਹੋ ਜਿਹੜਾ ਤੁਹਾਨੂੰ 2700 ਕੁਛ ਰੁਪਏ ਦੀ ਮਿਲੀਆਂ 4000 ਬੇਚਾਰੀ ਬੁੱਕ ਹੈ 325 350 ਥੱਲੇ ਗੱਲ ਘੱਟ ਵੀ ਬੁੱਕ ਹੀ ਨਹੀਂ ਸਰਟੀਫਿਕੇਟ ਕਿੱਥੋਂ ਮਿਲਣੀ ਹੈ ਬੱਚਾ ਪੜਾਉਣਾ ਔਖਾ ਹੋਇਆ ਤੁਹਾਡਾ ਇੱਕ ਬੁੱਕ 350 400 ਦੀ ਦਿੱਤਾ ਜੀ ਤੁਸੀਂ ਫੋਨ ਨਹੀਂ ਚੱਕਦੇ ਥੱਲੇ ਆ ਜਾਏ ਸ਼ਾਮ ਨੂੰ ਕੋਈ ਕਦੇ ਮੇਰੀ ਗੱਲ ਕਰਾ ਦੇ ਮੈਨੂੰ ਲੱਗਦਾ ਭਾਈ ਸਾਹਿਬ ਆ ਜਾਓ
ਮੈਂ ਤੁਹਾਨੂੰ ਦੱਸੀ ਹੈ ਨਾ ਭਾਜੀ ਪਿੱਛੋਂ ਦੀ ਕੰਮ ਇਧਰ ਹੋਈ ਮੇਰੇ ਪਿੱਛੋਂ ਰਾਜਾ ਅੱਗੇ ਤੁਸੀਂ ਚੱਕ ਕੇ ਚੁੱਕ ਦੇ ਮੋਬਾਈਲ ਖਿੜਕੀ ਤੋਂ ਸਾਈਡ ਕਰ ਲਓ ਉੱਥੋਂ ਕੱਢ ਜਾਂਦਾ ਬੋਲਦੇ ਨੇ ਯਾਰ ਸੁਣਿਆ ਮੰਗ ਰਹੀ ਤਾਂ ਵੱਖਰਾ ਸਾਡਾ ਵੱਖਰਾ ਹੈ ਤੁਹਾਡੇ ਵੱਜ ਗਈ ਨਾ ਉੱਥੇ ਚੱਲਦੇ ਹੋ ਵਗੈਰਾ ਕੋਲ ਰੁਝਾ ਹੁੰਦਾ ਹੋ ਜਾ ਅੱਗੇ ਦੇਖੋ ਥੱਲੇ ਸਰ ਉਹ ਤਾਂ ਫੈਕਟਰੀ ਹੈ ਉਹਦੀ ਕੀ ਪ੍ਰੋਬਲਮ ਹੈ ਇਹ ਅੰਦਰ ਨਾ ਸਟੋਕ ਪਿਆ ਉਧਰ ਵੀ ਚੱਕਦੇ ਨੇ ਤੁਸੀਂ ਕੋਈ ਨਾ ਸਾਹਿਬ ਫਲਾਣਾ ਜੀ ਤੁਸੀਂ ਕਹਿੰਦੇ ਉੱਧਰ ਸਟੋਰ ਹੈ ਮੈਂ ਚੱਲਿਆ ਗਿਆ ਉਹ ਫਿਰ ਰਾਈ ਮੈਂ ਦੂਜਾ ਵੀ ਜਾਓ ਖੜ ਜੋ ਕੋਈ ਨੰਦਰ ਚੜਾ ਕੇ ਚਲੇ ਉਧਰ ਵੀਡੀਓ ਲੱਗ ਗਿਆ ਇੱਕ ਵਾਰੀ ਨਾ ਤੁਸੀਂ ਲਾਈਵ ਲੈ ਕੇ ਲੈ ਕੇ ਤੁਸੀਂ ਖੰਡੇ ਤੇ ਜਾਓ ਉਧਰ ਦੇਖ ਜਾ ਕੇ ਕੀ ਕਰਦਾ ਲਾਈਵ ਇਧਰੋਂ ਹੀ ਐਂਟਰੀ ਕਰਾ ਦਿਓ ਅੰਦਰ ਹੀ ਸੈੱਟ ਰੱਖਿਓ चली आ जाओ सामने हाँ सामने आ जाओ शेयर कर डिवीजन नंबर 8 तो आवाज नहीं आ रही देखो भाई आप इसका हाँ जी
हेलो जय माता दी ਸਾਡੀ ਪੰਜਾਬ ਸਰਕਾਰ ਦੀ ਗਾਈਡ सर तेरे रमा गौड़ा जी ने ना एक होटल की नाम है सेठ पंचन स्कूल है ना जिससे बुक्स बिकते हैं रमा जी उत्थे आए ਇਹ ਕਸਟਮਰ ਸਾਰਾ ਬਾਜ਼ਾਰ ਘੁੰਮਦੇ ਨੇ ਇਹਨਾਂ ਨੂੰ ਬੁੱਕ ਸਾਰੇ ਇੱਕ ਦੇ ਬੁੱਕਸ ਉੱਤੇ ਹੀ ਮਿਲਦੇ ਨੇ ਅੱਜ 5-5 4-4 ਸਾਰਾ सर एक घंटे का ऑफिस मुंडा ਬੁੱਕਸ ਅਵੇਲੇਬਲ ਠੀਕ ਹੈ ਫਿਰ ਸੈਕਿੰਡ ਗੱਲ ਹੈ ਕਿ ਆਪਾਂ ਇੱਕ ਸਕੂਲ ਦੀ ਬਣੀ ਹੋਈ ਬੁੱਕਸ ਆਪਾਂ ਇੱਕ ਤਾਂ ਪ੍ਰਾਈਵੇਟ ਸਕੂਲ ਦੇ ਦੇ ਸਕਦੇ ਔਰ ਮੈਂ ਇੱਕ ਹੋਰ ਦੇਣਾ मेरे को सेट दे ना जो लिया सी तुसी ओ देना सेट प्लीज नाले बिल दिखाना जरा ਖੁੱਲਾ ਫੋਨ ਪੈਂਦਾ ਅਫਸਰ ਆਣੇ एक किताबें बाजार से अवेलेबल ही है अवेलेबल हेलो ਕਿੰਨੇ 300 325 रुपए 325 रेट बता कर और एक बार हो रहा है सारे बाजारों में मिलने ही नहीं ये तो मिलने नहीं मिले मजबूरी ने एक लेनी पड़ी एक जड़ाई दी 1000 रुपए की रोका का हां 300 रुपए हां 300 रुपए की 300 प्रिंट आउट है चार दी है 325 रुपए क्या नंबर तो सर मार्केट को बिकनी मिलनी नहीं है ਤੇ ਨੈਚੁਰਲੀ और सेकंड वाले है कि ਆਪਣੇ ਇਹਨਾਂ ਨੇ ਬਲੈਕ ਬੋਰਡਾਂ ਦੇ ਉੱਤੇ ਲਿਖ ਕੇ ਲਾਇਆ ਨੰਬਰ ਕਿੱਥੋਂ ਮਿਲਣੀਆਂ ਠੀਕ ਹੈ ਬਕਾਇਦਾ ਇਹਨਾਂ ਨੇ ਨਾਂ ਇਹ ਲਿਖ ਕੇ ਲਾਇਆ ਜੀ नमस्ते जी फॉर बुक्स काइंडली कॉन्टैक्ट मिस्टर सन्नी अरोड़ा ਤੁਸੀਂ ਹੋ सन्नी शर्मा एंड निशान कॉन्फिडेंट है नाल ਇਹਨਾਂ ਦਾ ਮੋਬਾਈਲ ਨੰਬਰ ਲਿਖਿਆ 94 199 11 360 ਸਕੂਲ ਵਾਲਿਆਂ ਨੇ अभी बड़ी एक और आई है आयु देख के आए हैं ये भी इतने लग ये भी इससे लग गई आजा हाँ ਕਹਿਣ ਦਾ ਮਤਲਬ ਇਹ ਹੈ नहीं ਲਾਸਟ ਮੂਮੈਂਟ ਏਰੀਆ ਕਹਿੰਦਾ ਹੁਣ ਜਦੋਂ ਇਹ 325 ਰੁਪਏ ਦੀ ਬੁੱਕ ਮਾਰਕੀਟ ਚੋਂ ਮਿਲਣੀ ਨਹੀਂ ਕਿਤੋਂ ਇੱਥੋਂ ਹੀ ਮਿਲਣੀ ਆ ਤੇ ਫਿਰ ਚਾਹੇ ਫਿਰ ਸਕੂਲ ਵੇਖਣ ਚਾਹੇ ਬਾਹਰ ਵੇਖਣ ਗੱਲ ਤਾਂ ਇੱਕੋ ਹੀ ਹੈ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਫਾਇਰਿੰਗ ਦੀਆਂ ਤਸਵੀਰਾਂ ਵੀ ਆ ਰਹੇ ये सामने लाया दर्शन बना चलो ਮੈਂ ਤਾਂ ਕੋਈ ਮੇਰੇ ਵੀ ਦੇਖ ਪਾਇਆ मैं पता समझे दो लोग ब्रदर इस तरह वाइट एक तो जाएगा इधर आओ मैनू किसी किसी को मैनू फोन फोन आया ਸਾਨੂੰ ਬੁੱਕਸ ਮਾਰਕੀਟ ਚੋਂ ਨਹੀਂ ਮਿਲ ਰਹੀਆਂ ਤੇ ਸਕੂਲ ਵਾਲਿਆਂ ਨੇ ਉੱਥੇ ਬੋਰਡ ਦੇ ਉੱਤੇ ਲਿਖਿਆ ਵੀ ਬੁੱਕਸ ਇੱਥੋਂ ਮਿਲਣੀਆਂ ਇਹਨਾਂ ਨੇ ਜੋ ਮਾਰਕੀਟ ਵਿੱਚ ਤੁਹਾਨੂੰ ਪਤਾ ਤਕਰੀਬਨ 1000-2000 ਦੁਕਾਨ ਹੈ ਸਾਡੇ ਸਭ ਤੋਂ ਹੋਲਸੇਲ ਮਾਰਕੀਟ ਹੈ ਇਹਨਾਂ ਨੇ ਸਾਰੇ ਮਾਰਕੀਟ ਤੋਂ ਟਰਾਈ ਕੀਤਾ ਇਹ ਬੁੱਕਸ ਇਹਨਾਂ ਨੂੰ ਕਿਤੋਂ ਨਹੀਂ ਮਿਲੀ ਔਰ ਸਾਰਿਆਂ ਨੇ ਫਿਰ ਇਹਨਾਂ ਨੇ ਕੰਟੈਕਟ ਕੀਤਾ ਉਹ ਕਹਿੰਦੇ ਤੁਹਾਨੂੰ ਬੁੱਕਸ ਉੱਥੋਂ ਹੀ ਮਿਲਣਗੀਆਂ ਫਿਰ ਇਹਨਾਂ ਦੇ ਜਿਹੜਾ ਸਕੂਲ ਦਾ ਬੋਰਡ ਹੈਗਾ ਜਿਹੜਾ ਨਾ ਉੱਥੇ ਵੀ ਇਹ ਲਿਖ ਕੇ ਲਗਾਇਆ ਵੀ ਬੁੱਕਸ ਇੱਥੋਂ ਮਿਲਣਗੀਆਂ स्कूल ਦੇ ਵਿੱਚ ਕਲਾਸ ਵਿੱਚ ਕਲਾਸ ਔਰ ਉਸ ਤੋਂ ਬਾਅਦ ਕਿੰਨੀ ਹੋਣੀ ਚਾਹੀਦੀ ਹੈ ਮਾਰਕੀਟ ਪ੍ਰਾਈਸ ਇਹਦਾ ਕੀ ਹੋਣਾ ਚਾਹੀਦਾ ਹੈ ਅੰਦਾਜ਼ਾ ਇੱਕ ਤੁਹਾਡੀ ਜੱਜਮੈਂਟ ਕੀ ਕਹਿੰਦੀ ਹੈ ਤੁਸੀਂ ਵੀ ਐਜੂਕੇਸ਼ਨ ਡਿਪਾਰਟਮੈਂਟ ਨਾਲ ਹੋ ਤੁਸੀਂ ਦੱਸੋ ਥੋੜਾ ਆਈਡੀਆ ਬੁੱਕਸ ਕਿੰਨੇ ਦੀ ਹੋਣੀ ਚਾਹੀਦੀ ਹੈ ਤੁਸੀਂ ਐਮਆਰਪੀ ਨਾ ਪੜੋ ਉਦਾਂ ਤੁਸੀਂ ਦੇਖੋ ਤੁਹਾਡੇ ਸਾਹਮਣੇ ਬੁੱਕਸ ਕਿੰਨੇ ਦੀ ਹੋਣੀ ਚਾਹੀਦੀ ਹੈ ਸਰ ਇਹ ਜਿਸ ਤਰ੍ਹਾਂ ਜਨਰਲ ਨੌਲੇਜ ਦੀ ਬੁੱਕ ਹੈ ਸਾਡੇ ਦਾ ਐਨਸੀਈਆਰਟੀ ਦੀ ਰਿਕਮੈਂਡਡ ਬੁੱਕਸ ਹੈਗੀਆਂ ਜਾਂ ਜਿਹੜੀ ਸਬਜੈਕਟ ਦੀ ਵੀ ਸਬਜੈਕਟ ਮੈਂ ਇਹ ਪੁੱਛਿਆ ਨਾਰਮਲ ਬੁੱਕਸ ਕਿੰਨੇ ਦੀ ਹੋਣੀ ਚਾਹੀਦੀ ਇਹਦੀ ਛਪਾਈ ਦੀ ਕੀਮਤ ਆਪਾਂ ਲਗਾ ਲਈਏ ਉੱਪਰ 10% ਮਾਰਜਨ ਵੀ ਲਗਾ ਲਈਏ 20% ਮਾਰਜਨ ਵੀ ਲਗਾ ਲਈਏ ਤੇ ਕਿੰਨੇ ਦੀ ਹੋਣੀ ਚਾਹੀਦੀ ਬੁੱਕਸ ਸਰ 350 ਦੀ ਬੁੱਕ ਹੈ ਇੱਕ ਮਿੰਟ ਤੁਸੀਂ 70 ਰੁਪਏ ਦੀ ਕਹਿ ਰਹੇ ਹੋ ਇਹ 300 ਕਿੰਨੇ 350 ਇਹ 350 ਦੀ ਵੇਚ ਰਹੇ ਆ ਸਰ ਇਹ ਤੁਹਾਡੇ ਹਿਸਾਬ ਨਾਲ ਕਿੰਨੇ ਦੀ ਹੋਣੀ ਚਾਹੀਦੀ ਹੈ ਇਹ ਆਫੀਸਰ ਕਹਿ ਰਹੇ ਨੇ 40 ਰੁਪਏ ਦੀ ਬੁੱਕ ਹੋਣੀ ਚਾਹੀਦੀ ਹੈ ਚਲੋ
ਅਸੀਂ ਨਾਰਮਲ ਬੁੱਕਸ ਲੈ ਕੇ ਇਦਾਂ ਕਾਪੀ ਲੈ ਕੇ ਜਦੋਂ ਸਕੂਲ ਗਏ ਔਰ ਉੱਪਰ ਅਸੀਂ ਕਵਰ ਚੜਾ ਲਿਆ। ਉਹ ਕਹਿੰਦੇ ਨਹੀਂ ਜੀ ਨਹੀਂ, ਅਸੀਂ ਇੱਥੇ ਨਹੀਂ ਤੁਹਾਡੇ ਬੱਚੇ ਨੂੰ ਲਿਖਾਉਣਾ, ਤੁਸੀਂ ਇਹ ਵਾਲੀ ਹੀ ਬੁੱਕ ਲੈ ਕੇ ਆਵੇ ਤਾਂ ਲਿਖੋ। ਮੈਡਮ ਨੇ ਲਾਸਟ ਈਅਰ ਅਸੀਂ ਉਹਨਾਂ ਨੂੰ ਤੁਹਾਡਾ ਬੱਚਾ ਕਿਹੜੀ ਬ੍ਰਾਂਚ ਪੜ੍ਹਦਾ? ਛੇ ਹੁਕਮ ਦੇ ਕਿਹੜੀ ਬ੍ਰਾਂਚ ਦੱਸੋ ਜੀ? ਸਟੈਂਡਰਡ ਆ ਤੇ ਲਾਕਡਾਊਨ ਰਿਹਾ ਸੀ, ਨੋਟਬੁੱਕ ਲਿਆ ਕੇ ਜੀ ਕਰਾ ਕੇ ਉਹ ਸਾਈਜ਼ ਨੂੰ ਜਾਂਦੇ ਪਾਣੀ ਦਾ ਨॉर्मल नोटबुक 10 20 15 रुपीस ਦੀ ਆ ਜਾਂਦੀ ਜਦੋਂ ਅਸੀਂ ਵਾਲਾ ਚਾਰਟ ਲੈਂਦੇ ਹਾਂ ਇਹ 20 ਰੁਪਏ ਦੀ ਕੰਪਲਸਰੀ ਕਰਦਾ ਕਿ ਤੁਸੀਂ ਇਹੀ ਲੈ ਕੇ ਬੱਚੇ ਨੂੰ ਕਵਰ ਨਹੀਂ ਚੜਾਉਣਾ। ਇਹ ਕਿੰਨੇ ਕਹਿੰਦੇ 20 ਰੁਪਏ ਬਾਹਰੋਂ ਅਸੀਂ ਸਸਤੀਆਂ ਲੈ ਲੈਂਦੇ ਇਕੱਠੀਆਂ ਮਿਲਦੀਆਂ ਤੇ ਚਲੋ ਲੈਸ ਚ ਮਿਲਦੀ। ਜਿੱਥੋਂ ਮਰਜ਼ੀ ਲਾ ਲਓ ਕਾਪੀਆਂ ਹਾਂਜੀ ਪਰ ਨਹੀਂ ਹਾਂਜੀ ਇਹ ਸੇਵ ਕੌਣ ਕਰ ਰਿਹਾ ਹੈ? ਇਹ ਪੰਕਜ ਸ਼ਰਮਾ ਇਹ ਮੁਲਾਜ਼ਮ ਜੋ ਸੇਲ ਕਰਦੇ ਸੰਨੀ ਸ਼ਰਮਾ ਜੀ। ਤੁਸੀਂ ਜੀ ਜਦ ਤੁਹਾਨੂੰ ਸਕੂਲ ਵਾਲਿਆਂ ਨੇ ਬਿਠਾਇਆ ਇੱਥੇ ਇਹ ਫਿਰ ਤੁਸੀਂ ਇਹ ਕਿੱਦਾਂ ਪ੍ਰਿੰਟਰ ਕਿੱਦਾਂ ਲੱਗੇ? ਕਿੱਦਾਂ ਵੇਚੀ ਜਾ ਰਹੇ ਆਪਣੇ ਕੋਲ ਇੱਥੇ? ਸਰ ਠੀਕ ਹੈ, ਸਾਡੇ ਕੋਲ ਸਕੂਲ ਦੀ ਕੰਟੀਨ ਹੈਗੀ ਆ, ਉੱਥੇ ਨੋਟਬੁੱਕਸ ਵਗੈਰਾ ਅਸੀਂ ਵੇਚਦੇ ਹਾਂ। ਜਿਹੜਾ ਸਾਡਾ ਸਿਸਟਮ ਹੈ, ਅਸੀਂ ਬੁੱਕਸ ਦਾ ਕੰਮ ਕਰਨੇ ਆ, ਅਸੀਂ ਲੂਜ਼ ਬੁੱਕ ਵੀ ਵੇਚ ਰਹੇ ਹਾਂ। ਪੇਰੈਂਟਸ ਆਏ ਤਾਂ ਵੀ ਸਰ ਮੈਂ ਇਹਨਾਂ ਨੂੰ ਕੋਈ ਪ੍ਰੋਪਰਲੀ ਜਿਸ ਹਿਸਾਬ ਨਾਲ ਇਹਨਾਂ ਦੇ ਮੋਬਾਈਲ ਚੈੱਕ ਕਰੋ, ਇਹਨਾਂ ਨੇ ਸਾਨੂੰ ਕੋਈ ਬੁੱਕ ਨਹੀਂ ਦਿੱਤੀ। ਇੱਕ ਮਿੰਟ ਅਸੀਂ ਲੂਜ਼ ਬੁੱਕ ਪ੍ਰੋਵਾਈਡ ਕਰ ਰਹੇ ਹਾਂ ਜ਼ਬਰਦਸਤੀ। ਠੀਕ ਹੈ, ਅਸੀਂ MRP ਲੈ ਰਹੇ ਸਰ, ਗੱਲ ਕਰ ਸਰ ਬਿਲਿੰਗ ਦੇ ਵਿੱਚ ਦੇਖੋ ਇੱਕ ਬਿਲਿੰਗ ਆਉਂਦੀ ਹੈ, ਅਸੀਂ ਕਿਸੇ ਪਬਲਿਸ਼ਰ ਵੱਲੋਂ ਕੋਈ ਮਾਲ ਮੰਗਾਉਂਦੇ ਹਾਂ ਸਰ, ਕਿਸੇ ਤੋਂ ਸਵਾਲ ਇਹ ਆ ਸਾਡਾ ਸਵਾਲ ਇਹ ਆ ਵੀ ਸਕੂਲ ਦੀ ਜਿਹੜੀ ਬੁੱਕਸ ਨੇ ਲਿਖੀ ਹੋਈ ਉਹ ਤੁਹਾਡੇ ਕੋਲ ਕਿਉਂ? ਪਹਿਲੇ ਇਹ ਉੱਥੋਂ ਰਹੀ ਜਗ੍ਹਾ ਹੈ। ਦੂਸਰੀ ਗੱਲ ਸਰ, ਦੂਸਰੀ ਗੱਲ ਆ ਵੀ ਆ ਜਿਹੜੇ ਸਕੂਲ ਵਾਲਿਆਂ ਨੇ ਲਿਖ ਕੇ ਲਾਇਆ ਆ ਵੀ ਬੁੱਕਸ ਇਥੋਂ ਹੀ ਮਿਲਣੀਆਂ। ਤੀਸਰੀ ਗੱਲ, ਸਾਰਾ ਸ਼ਹਿਰ ਬੱਚੇ ਦੇ ਮਾਂ-ਬਾਪ ਘੁੰਮ ਹਟੇ, ਉਹਨਾਂ ਨੂੰ ਮਾਰਕੀਟ ਤੋਂ ਬੁੱਕਸ ਨਹੀਂ ਮਿਲੀ, ਤੁਹਾਡੇ ਕੋਲ ਉਹੀ ਕਿਉਂ ਮਿਲ ਰਹੀ ਆ? ਮੇਰਾ ਸਵਾਲ ਮੇਰੇ ਤੇ ਉਹਦੇ ਨਾਲ ਬ੍ਰਦਰ ਤੇਰਾ ਕੋਈ ਲੈਣਾ ਦੇਣਾ ਨਹੀਂ, ਤੂੰ ਔਰ ਬਿਲਕੁਲ ਜੈਨੂਇਨ ਜਵਾਬ ਦਿਆਂਗਾ, ਕੋਈ ਤੁਹਾਡੇ ਨਾਲ ਧੋਖਾ ਫਰੇਬ ਕੁਝ ਨਹੀਂ ਕਰਾਂਗਾ। ਉਹ ਕੱਕੇ ਤੇ ਤੇਰਾ ਗੱਲ ਸੁਣ, ਮੈਂ ਸੇ ਟੂ ਕੰਚਨ ਸਰ, ਮੇਰੇ ਕੋਲ ਸਰ ਕੰਟੀਨ ਹੈਗੀ ਹੈ, ਮੈਂ ਉਹਦੇ ਕੰਟੀਨ ਦੇ ਅੰਦਰ ਯਾਰ ਇਹ ਜਗ੍ਹਾ ਦੀ ਗੱਲ ਕਰਨਾ ਸਰ, ਮੈਂ ਮੇਰੀ ਸਰ ਮੇਰੀ ਆਪਾਂ ਇਸ ਜਗ੍ਹਾ ਦੀ ਗੱਲ ਇਸ ਗੱਲ ਦੀ ਕਰਨਾ ਆਪਾਂ ਇਸ ਜਗ੍ਹਾ ਦੀ ਗੱਲ ਸਰ, ਕੰਟੀਨ ਤੋਂ ਸਰ ਮੈਂ ਚੱਲਦਾ ਇੱਥੇ ਦੀ ਗੱਲ ਮੈਂ ਉੱਥੇ ਕਾਪੀ ਵੀ ਵੇਚਣਾ, ਪੈਨ ਵੀ ਵੇਚਣਾ, ਸ਼ਾਰਪਨਰ ਵੀ ਵੇਚਣਾ, ਰਬੜ ਵੀ ਵੇਚਣਾ, ਉਸ ਤੋਂ ਬਾਅਦ ਇਹਨਾਂ ਦੇ ਚਾਰਟ ਪੇਪਰ ਆਉਂਦੇ ਉਹ ਵੀ ਵੇਚਣਾ, ਈਵਨ ਸ਼ੀਟਸ ਆਉਂਦੀਆਂ ਉਹ ਵੀ ਵੇਚਣਾ, ਜੋ ਬੱਚਿਆਂ ਦੇ ਸਰ ਉਹਨਾਂ ਦਾ ਸਵਾਲ ਹੈ ਜੀ ਤੁਸੀਂ ਟੱਕ ਸ਼ਾਪ ਦੀ ਗੱਲ ਨਾ ਕਰੋ, ਬਾਹਰ ਤੁਸੀਂ ਇਹ ਕਰਕੇ ਸਰ ਮੈਂ ਤੁਹਾਨੂੰ ਕਿੱਥੇ ਦੀ ਗੱਲ ਕਰ ਰਹੇ ਉਸ ਤੋਂ ਬਾਅਦ ਮੈਂ ਉਸ ਯਾਰ ਮੈਂ ਕੌਨਫੀਡੈਂਸ ਜਿਹੜਾ ਬੰਦ ਹੋ ਗਿਆ ਮੇਰੇ ਚੈਨਲ ਸੇ ਇਹ ਸਟੋਰ ਮੈਂ ਕਰਾਇਆ ਇਹ ਸਟੋਰ ਡਿਕਲੇਅਰ ਉੱਥੇ ਆ ਜਾ ਹਾਂਜੀ ਸਰ, ਇਹ ਡਿਪਾਰਟਮੈਂਟ ਨੇ ਡਿਕਲੇਅਰ ਕੀਤਾ ਹੋਇਆ ਸਟੋਰ ਸਰ ਮੈਂ ਕਿ ਮੇਰਾ ਮਾਲ ਕਿਹੜੇ ਗੋਦਾਮ 'ਚ ਪਿਆ, ਇਹ ਡਿਕਲੇਅਰ ਕੀਤਾ ਸਰ ਮੈਂ ਸਕੂਲ ਵਾਲਿਆਂ ਨੂੰ ਪਤਾ ਮੈਂ ਇਸ ਤਰ੍ਹਾਂ ਨਹੀਂ ਹੁੰਦਾ ਜੀ। ਮੈਂ ਸਰ ਆਪਣਾ ਮਾਲ ਡਿਕਲੇਅਰ ਕਰਨਾ ਹੁੰਦਾ ਹੈ ਕਿ ਉਹਨੂੰ ਵੀ ਮੇਰਾ ਮਾਲ ਉੱਥੇ ਪਿਆ ਕਰਵਾਈ ਦੀ ਉਦਯੋਗ ਰਜਿਸਟ੍ਰੇਸ਼ਨ ਦੇ ਵਿੱਚ ਰਜਿਸਟ੍ਰੇਸ਼ਨ ਕਰਵਾਈ ਦੀ ਸਰ। ਰਜਿਸਟ੍ਰੇਸ਼ਨ ਦੇ ਵਿੱਚ ਆਪਣਾ ਇੱਕ ਗੋਦਾਮ, ਆਪਣਾ ਪ੍ਰੈਮਿਸਿਸ ਡਿਕਲੇਅਰ ਕੀਤਾ ਜਾਂਦਾ ਕਿ ਮੇਰਾ ਮਾਲ ਇੱਥੇ ਪਿਆ ਵਾ। ਅਸੀਂ ਕਿਸੇ ਦੂਸਰੀ ਜਗ੍ਹਾ ਚੋਰੀ ਨਹੀਂ ਰੱਖ ਸਕਦੇ, ਅਸੀਂ ਡਿਕਲੇਅਰ ਨਹੀਂ ਕੀਤਾ। ਇਹਦੇ ਨਾਲ ਕਿਰਾਏਨਾਮਾ ਲਿਖਿਆ ਕੋਈ ਜਿਹਦੇ ਨਾਲ ਜਿੱਥੇ ਤੁਸੀਂ ਮਾਲ ਰੱਖਿਆ ਕਿ ਮੈਂ ਇੱਥੇ ਕੀ ਬਿਜ਼ਨਸ ਕਰਾਂਗਾ। ਸਰ ਮੈਂ ਉਹਨਾਂ ਨੇ ਸਟੋਰ ਲਿਆ ਇੱਕ ਹਿਸਾਬ ਨਾਲ ਬੁੱਕਸ ਲਈ, ਮਤਲਬ ਤੁਸੀਂ ਲੈ ਲਿਆ, ਕੋਈ ਲਿਖੀ ਨਹੀਂ ਕੀਤੀ ਵੀ ਮੈਂ ਇੱਥੇ ਕੀ ਕੰਮ ਕਰਾਂਗਾ। ਸਰ ਮੈਂ ਕਿਤਾਬਾਂ ਲਈ ਉਹਨਾਂ ਨੂੰ ਕਿਹਾ ਮੈਨੂੰ 2 ਮਹੀਨੇ ਲਈ ਸਟੋਰ ਚਾਹੀਦਾ, 2 ਮਹੀਨੇ ਲਈ ਸਟੋਰ ਚਾਹੀਦਾ। ਤੁਸੀਂ ਅਨਡਿਕਲੇਅਰਡ ਦਫ਼ਤਰ ਦੇ ਜਿਹੜਾ ਗੋਦਾਮ ਹੈ ਉਹ ਚਲਾ ਰਹੇ ਹੋ। ਦੁਕਾਨ ਡਿਕਲੇਅਰ ਕਰਨੀ ਪੈਂਦੀ ਕਿ ਮੇਰੇ ਕੋਲ ਮਾਲ ਕਿਹੜਾ ਪਿਆ। ਲੱਗਦਾ ਕਿਤਾਬਾਂ ਤੇ GST ਨਹੀਂ ਹੈ, ਕਾਪੀਰਾਈਟ ਹੈ। ਕਾਪੀਰਾਈਟ ਹੁੰਦਾ ਹੈ ਕਿ ਮੈਂ ਕਿੰਨੀਆਂ ਕਿਤਾਬਾਂ ਖਰੀਦੀਆਂ ਵਾ ਔਰ ਇੱਥੇ ਬਾਹਰ ਕਿੰਨੀਆਂ ਦੇਖੋ ਕੋਈ ਬੋਰਡ ਲੱਗਾ ਵਾ, ਕੋਈ ਬੁੱਕਸ ਦਾ, ਕੋਈ ਸੇਲ ਦਾ ਡੀਪੂ ਹੈ ਜਾਂ ਬਿੱਲ ਕੱਟੇ ਜੀ, ਕੋਈ ਤੁਸੀਂ ਤੁਹਾਡੀ ਇਨਕਮ ਬਦਲ ਕੇ ਕਿੰਨਾ ਪੈਸਾ
ਤੁਸੀਂ ਕਿੰਨਾ ਪੈਸਾ ਕਮਾਇਆ ਇਹ ਕਿੱਦਾਂ ਪਤਾ ਲੱਗੇਗਾ? ਸਰ ਮੈਂ ਜਿਹੜਾ ਲੋਕਾਂ ਦਾ ਦੇਣਾ ਸਰ ਜੋ ਹੈਗਾ ਵੈ ਬਿੱਲ ਮੈਂ ਇਸ ਤਰ੍ਹਾਂ ਨਹੀਂ ਕਰ ਰਿਹਾ ਕੋਮੋ ਮੇਰੇ ਕੋਲ ਅਫਸਰ ਮੇਰੀ ਕਾਪੀ ਲੈ ਕੇ ਅੰਦਰ ਆ ਜਾਓ ਸਾਰੇ ਕਾਪੀ ਦੇ ਨਾਲ ਆਜੋ ਸਾਰੇ ਪਬਲਿਸ਼ਰਾਂ ਦੀ ਆਪਣੀਆਂ ਆਪਣੀਆਂ ਹੀ ਆ ਬਿਲਡਿੰਗਾਂ ਯਾਰ ਦੁਨੀਆ ਨੂੰ ਨਹੀਂ ਮੰਨਦੇ। ਬਾਮੀ ਲੀਗਲ ਲੱਗਦਾ ਚਲੋ ਆਪਾਂ ਜੋ ਕਰਨਾ ਬਾਹਰ ਹਲੋ ਆਜੋ ਬਾਹਰ ਲੋ ਚਲੋ ਉਹਦਾ ਚਲੋ ਆਜੋ ਸਰ ਬਾਹਰ ਆਜੋ ਸਾਰੇ ਪਲੀਜ਼ ਤੁਸੀਂ ਵੀ ਆਜੋ ਬਾਹਰ ਆਜੋ ਮੇਰਾ ਤੁਹਾਡਾ ਆਜੋ ਮੈਂ ਆਜੋ ਬਾਹਰ ਆਜੋ ਸਰ ਤੁਸੀਂ ਕੰਪਲੇਨ ਲਓ ਇਹਨਾਂ ਕੋਲ ਮੈਡਮ ਕੋਲ ਦੇ ਦਿਓ ਬ੍ਰਦਰ ਇੱਕ ਹੋਰ ਸੀਗਾ ਇਹਦੇ ਨਾਲ ਭਾਈ ਸਰ ਕੰਪਲੇਨ ਦਿਓ ਚਲੋ ਅੱਜ ਬਾਕੀ ਸਾਰੇ ਬਾਹਰ ਭੇਜ ਦਿਓ ਬਾਕੀ ਇਹਨਾਂ ਨੂੰ ਆਪਣੀ ਕਲਾਸ ਤੇ ਮੰਗੀ ਹੈ ਨਾ ਸਕੂਲ ਲਿਸਟ ਨਹੀਂ ਹੁੰਦੇ ਕਿਤਾਬਾਂ ਦੀ ਸਰ ਆਜੋ ਭਾਜੀ ਬੰਦ ਕਰ ਦਿਓ ਗੇਟ ਬੰਦ ਕਰ ਦਿਓ ਦੇ ਰਹੇ ਆ ਆ ਬੰਦ ਕਰ ਦਿਓ ਬਾਹਰ ਆ ਜਾਓ ਬੇਟਾ ਆਜੋ ਬਾਹਰ ਭਾਜੀ ਤੁਸੀਂ ਆਇਓ ਬਾਹਰ ਆਇਓ ਮੈਂ ਕਹਿੰਦਾ ਬਾਹਰ ਆਓ ਚਲੋ ਮੈਂ ਕਰ ਲਈ ਬਰਾਬਰ ਇਹਦੇ ਇੰਨੇ ਪੈਸੇ ਜੋ ਸਾਫ ਦਾ ਕੋਈ ਸਾਫ ਦਾ ਯਾਰ ਕਿਤਾਬ ਤੇ ਹੈਗਾ ਕਿਤਾਬ ਤੇ ਹੈਗਾ ਕਿਤਾਬ ਤੇ ਨਹੀਂ ਹੰਦੇਗਾ ਤੁਸੀਂ ਕੀ ਮੁੱਲ ਚਾਰਜ ਕਰਦੇ ਕਿੰਨੇ ਦੀ ਹੋਣੀ ਚਾਹੀਦੀ ਹੈ ਕਿੰਨੀ ਹੋਣੀ ਚਾਹੀਦੀ ਸਰ ਤੁਹਾਡੇ ਹਿਸਾਬ ਨਾਲ ਦਾਦਾ ਕਿੰਨੇ ਦੀ ਹੋਣੀ ਨਹੀਂ 50 ਰੁਪਏ ਦੀ 100 ਦੀ 200 ਦੀ 200 ਦੀ 300 400 500 ਕਿੰਨੇ ਦੀ ਤੁਹਾਡਾ ਕਾਰੋਬਾਰ ਹੈ ਮੈਂ ਕਿਹਾ ਬ੍ਰਦਰ ਤੁਸੀਂ ਅੱਜ ਦਾ ਰੇਟ ਅੱਜ ਦਾ ਬ੍ਰਦਰ ਰੇਟ ਦੱਸੋ ਜੀ ਅੱਜ ਤੁਸੀਂ MRP ਕੀ ਹੈ ਇੱਕ ਦੇਖੋ ਇਹਨਾਂ ਨੇ 300 ਸਰ ਜੀ 80 ਰੁਪਏ ਦੀ ਚੀਜ਼ ਹੈ 80 ਦੀ ਚੀਜ਼ 100 ਦੀ ਹੋ ਜੂਗੀ ਇਹ 325 ਦੀ ਹੈਗੀ ਹੈ ਇੱਕ ਮਿੰਟ ਹੋਰ ਸਰ ਮੈਂ ਕਹਿੰਦਾ ਜੀ ਇਹ ਕਿੰਨੇ ਦੀ ਹੈ ਬੁੱਕ ਤੁਸੀਂ ਦੱਸੋ ਤੇ ਕਿੰਨੇ ਦੀ ਹੋਣੀ ਚਾਹੀਦੀ ਤੁਸੀਂ MRP ਨਾ ਬੜੋ ਅੰਦਾਜ਼ਾ ਦੱਸੋ ਕਿੰਨੇ ਦੀ ਹੋਣੀ ਚਾਹੀਦੀ ਹੈ ਮੈਂ ਤੁਹਾਨੂੰ ਪੁੱਛਦਾ ਤੁਹਾਡਾ ਇੰਨਾ ਕਾਰੋਬਾਰ ਆ ਇੰਨਾ ਤੁਸੀਂ ਕੰਮ ਕਰਦੇ ਤੁਹਾਡੇ ਸਾਹਮਣੇ ਬੁੱਕ ਕਿੰਨੇ ਦੀ ਹੋਣੀ ਚਾਹੀਦੀ ਹੈ ਕਿੰਨੇ ਦੀ ਨਹੀਂ ਨਾ ਆਪਾਂ ਹੁਣੇ 150 ਦੀ 350 ਦੀ 150 ਵਾਲੀ 350 ਦੀ MRP ਤੁਸੀਂ ਆਏ ਤੁਸੀਂ ਸ਼ਹਿਰ ਦੇ ਮੋਹਤਬਰ ਬੰਦੇ ਹੋ ਤੁਸੀਂ ਦੱਸੋ ਕਿੱਥੇ ਔਰ ਦੂਸਰੀ ਗੱਲ ਜਿਹੜੀ ਇੱਕ ਮੇਜਰ ਗੱਲ ਹੋ ਰਿਹਾ ਇੱਕ ਮਿੰਟ ਮੇਜਰ ਗੱਲ ਕੀ ਹੈ ਸਕੂਲ ਦੇ ਇਹਨਾਂ ਨੇ ਬੋਰਡਾਂ ਦੇ ਉੱਤੇ ਲਿਖਿਆ ਵੀ ਬੁੱਕਸ ਇੱਥੋਂ ਹੀ ਮਿਲਣੀਆਂ ਸਰ ਸਕੂਲ ਦਾ ਕਸੂਰ ਹੈ ਨਾ ਨਹੀਂ ਸਰ ਪੂਰਾ ਸ਼ਹਿਰ ਅਸੀਂ ਸਰ ਸਾਜੀ ਸਕੂਲ ਦੀ ਗੱਲ ਅਸੀਂ ਪਬਲਿਸ਼ਰ ਦੇ ਗੱਲਾਂ ਕਰਦੇ ਫਿਰ ਤੁਸੀਂ ਮੇਰੀ ਗੱਲ ਤੋਂ ਛੋਟੀ ਜਿਹੀ ਤੁਸੀਂ ਵੀ ਸਿੱਧਮ ਜਾਓ ਨਾ ਸਰ ਜੀ ਮੇਰਾ ਇੱਕੋ ਲੈਣਾ ਵਾ ਤੁਸੀਂ ਖੁਦ ਇਹ ਗੱਲ ਕਹਿ ਰਹੇ ਆ ਵੀ ਇਹ 150 ਦੀ ਹੋਣੀ ਚਾਹੀਦੀ ਹੈ ਸੁਣੋ ਮੇਰੀ ਗੱਲ ਤੁਸੀਂ ਕਹਿ ਰਹੇ ਆ ਤੁਸੀਂ ਕਿੰਨੇ ਸਾਲ ਤੋਂ ਤੁਸੀਂ ਕੰਮ ਕਰ ਰਹੇ ਹੋ 25 ਸਾਲ ਇੱਕ ਮਿੰਟ 25 ਸਾਲ ਦਾ ਬੰਦਾ ਜਿਹੜਾ ਕੰਮ ਕਰਦਾ ਹੁੰਦਾ ਨਾ ਭਾਜੀ ਉਹਨੂੰ ਪਤਾ ਹੁੰਦਾ ਵੀ ਇਹ ਚੀਜ਼ ਕਿੰਨੇ ਦੀ ਹੈ ਤੁਸੀਂ ਖੁਦ ਕਹਿ ਰਹੇ 150 ਦੀ ਹੋਣੀ ਚਾਹੀਦੀ ਹੈ ਠੀਕ ਹੈ ਇਹ 350 ਰੁਪਏ ਚਾਰਜ ਕਰ ਰਹੇ ਆ ਨੂੰ ਜ਼ਬਰਦਸਤੀ ਨਹੀਂ ਕਹਿ ਰਹੇ ਸਾਡੇ ਕੋਲ ਸਰ ਬਾਜ਼ਾਰੋਂ ਮਿਲੇ ਨਾ ਠੀਕ ਹੈ ਨਾ ਇਹ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਦਿਓ ਇੱਕ ਮਿੰਟ ਨਹੀਂ ਮੇਰੇ ਵਰਗੇ ਨਹੀਂ ਮੈਂ ਦੱਸ ਉਹ ਬਹੁਤ ਉਹ ਇਹਦੇ ਨਾਲ ਦੀ 500 ਕਿਤਾਬਾਂ ਵਾਲੇ
ਮੇਰੀ ਕੁੜੀਆਂ ਦੀ ਕਿਤਾਬਾਂ ਮੈਂ ਆਪਣੀ ਲਿਸਟ ਕਰੋ ਮੈਂ ਲੈ ਕੇ ਉਹਨੂੰ ਬਾਹਰੋਂ ਸਰ ਜੀ ਲੈ ਕੇ ਲੱਖ ਰੁਪਏ ਨਾਲ ਲਊਗਾ ਲੱਖ ਰੁਪਏ ਨਾਲ ਨਹੀਂ ਥੋੜਾ ਸਾ ਜੇ ਕਿਤਾਬ ਬਾਹਰੋਂ ਮਿਲ ਗਈ ਲੱਖ ਰੁਪਏ ਨਾਲ ਦਊਂਗਾ ਨਾ ਵੀ ਨਹੀਂ ਮੈਨੂੰ ਕੀ ਮਿਲੂਗਾ ਨਾਲ ਸਾਰਾ ਸਾਡੀ ਤੁਸੀਂ ਕਿਆ ਗੱਲਾਂ ਆ ਸਕੂਲਾਂ ਦੀਆਂ ਆਈਆਂ ਲਿਸਟਾਂ ਆਉਂਦੀਆਂ ਪਈਆਂ ਸਾਰੇ ਇੱਕ ਸਕੂਲ ਦਾ ਸਾਰੇ ਸਕੂਲ ਸਾਰੇ ਸਿਸਟਮ ਨੂੰ ਸਾਡੇ ਕਰਨਾ ਸਾਰੇ ਦਾ ਮਤਲਬ ਹੈ ਸਾਨੂੰ ਸਾਰਿਆਂ ਦਾ ਨਹੀਂ ਮਤਲਬ ਸਾਰੇ ਨੂੰ ਘੇਰਾਂਗੇ ਇੱਕ ਮਿੰਟ ਕੋਈ ਬੋਲਿਓ ਅਸੀਂ ਖੁਦ ਜਾਂਦੇ ਐਜੂਕੇਸ਼ਨ ਸਸਤੀ ਹੋ ਰਿਹਾ ਹੈ ਖੁਦ ਕਹਿੰਦੇ ਸਾਰੇ ਐਜੂਕੇਸ਼ਨ ਸਸਤੀ ਤੁਸੀਂ ਤਾਂ ਬਹੁਤ ਕੁਝ ਚਾਹੁੰਦੇ ਆ ਤੁਸੀਂ ਬਹੁਤ ਕੁਝ ਚਾਹੁੰਦੇ ਆ ਸਾਡੀ ਅਸੀਂ ਤੁਹਾਡੀ ਖੁਸ਼ੀ ਦੀ ਕਦਰ ਕਰਦੇ ਆ ਇਦਾਂ ਦੀ ਕੋਈ ਗੱਲ ਨਹੀਂ ਇਹ ਕਦਰ ਕਰਦੇ ਅਸੀਂ ਕਦਰ ਕਰਦੇ ਤੁਹਾਡੀ ਮੈਂ ਤੁਹਾਨੂੰ ਸਿਰਫ ਇੱਕੋ ਹੀ ਸਵਾਲ ਪੁੱਛਿਆ ਸੀ ਵੀ ਇੱਕ ਚੀਜ਼ ਤੁਸੀਂ ਇੰਨੇ 25 ਸਾਲ ਤੋਂ ਕੰਮ ਕਰਦੇ ਆ ਤੁਸੀਂ ਕਹੇ 150 ਹਾਂ ਇਹ 350 ਰੁਪਏ ਦੀ ਇਹਨਾਂ ਨੇ ਦਿੱਤੀ ਆ ਠੀਕ ਹੈ ਇਹਦੇ ਵਿੱਚ ਕੀ ਕਰ ਉਹ ਦੁਕਾਨਦਾਰ ਦਾ ਪ੍ਰੋਫਿਟ ਨਹੀਂ ਦੁਕਾਨਦਾਰ ਦਾ ਪ੍ਰੋਫਿਟ ਇੰਨਾ ਵਾ ਨਹੀਂ ਦੁਕਾਨਦਾਰ ਦਾ ਇੰਨਾ ਪ੍ਰੋਫਿਟ ਇਹ ਦੁਕਾਨਦਾਰ ਦਾ ਪ੍ਰੋਫਿਟ ਨਹੀਂ ਹੈ ਭਾਜੀ ਉਹ ਬ੍ਰਦਰ ਇਹ ਦੁਕਾਨਦਾਰ ਦਾ ਪ੍ਰੋਫਿਟ ਨਹੀਂ ਹੈ ਭਾਜੀ ਇਹਦੇ ਵਿੱਚ ਸੂਟ 5000 ਦਾ ਵੇਚਦਾ ਕਿਤਾਬਾਂ ਸੁਣੋ ਮੇਰੀ ਗੱਲ ਭਾਜੀ ਉਹਦਾ ਫਰਕ ਹੈ ਪਰ ਤੁਸੀਂ ਗੱਲ ਸੁਣੇ ਤੁਸੀਂ ਲੌਜਿਕ ਸਰ ਲੌਜਿਕ ਤੁਸੀਂ ਉਹ ਨਾ ਲਿਆਓ ਸਰ ਜੀ ਤੁਸੀਂ ਲੌਜਿਕ ਨਹੀਂ ਮੇਰੀ ਇਹ ਨਹੀਂ ਗੱਲ ਉਹ ਕਹਿੰਦੇ ਸਿਸਟਮ ਸਹੀ ਨਾ ਹੋਵੇ ਯਾਰ ਗੱਲ ਕਿਵੇਂ ਸੂਟ 100 ਰੁਪਏ ਦਾ ਵੀ ਮਿਲੇਗਾ ਬਾਜ਼ਾਰ 'ਚ ਸੂਟ 5000 ਦਾ ਹੀ ਮਿਲੇਗਾ ਇਹ ਚਾਹੁੰਦੇ ਆ ਸਕੂਲ ਸਿਸਟਮ ਸਹੀ ਨਾ ਹੋਵੇ ਸਿਸਟਮ ਉਦਾਂ ਹੀ ਚੱਲਦਾ ਰਹੇ ਦੇ ਖਿਲਾਫ ਆਪਾਂ ਜਾਂਦੇ ਆਪਾਂ ਸ਼ਿਕਾਇਤ ਕਰਤਾ ਹੈਗੇ ਨੇ ਬੱਚੇ ਨੇ ਦੇਣਗੇ ਤੇ ਜੋ ਕਾਰਵਾਈ ਬਣਦੀ ਹੈ ਸਕੂਲ ਦੀ ਕਾਪੀ ਹੋਰ ਨਾ ਆਇਓ ਅੰਦਰ ਇੱਕ ਮਿੰਟ ਬ੍ਰਦਰ ਰੁਕ ਜਾਓ ਖੋਲ ਦਿਓ ਦਰਵਾਜ਼ਾ ਖੋਲ ਦਿਓ ਰੱਖ ਲਓ ਯਾਰ ਭਾਜੀ ਨੂੰ ਦਰਵਾਜ਼ਾ ਖੋਲ ਦਿਓ ਇੱਥੇ ਜੇ ਇਹਨਾਂ ਨੇ ਇੰਨਾ ਸਟਾਕ ਰੱਖਿਆ ਹੈ ਤੇ ਦੇ ਵੀ ਰੱਖਿਆ ਨਾ ਉਹ ਭਾਜੀ ਜਾਂ ਤਾਂ ਮੈਂ ਗੱਲ ਲੈ ਕੇ ਇੱਥੇ ਜਾਂ ਇਹਨਾਂ ਦਾ ਜੈਨੂਇਨ ਰੇਟ ਹੋਵੇ ਆਪਾਂ ਉਸ ਚੀਜ਼ ਨੂੰ ਮੰਨ ਲੈਂਦੇ ਆ ਜੈਨੂਇਨ ਰੇਟ ਦੇ ਚਲੋ ਯਾਰ ਕੋਈ ਪ੍ਰੋਬਲਮ ਨਹੀਂ ਕੀ ਮੰਨ ਲਓ 1000 ਰੁਪਏ ਦੀ ਆਪਾਂ ਦਿੰਦੇ ਆ ਜਾਂ ਬਾਜ਼ਾਰੋਂ ਇੰਨੇ ਦੀ ਉਹਦਾ ਰੇਟ ਆਪਾਂ ਇੰਨਾ ਦੇ ਮੇਨ ਐਕਸ਼ਨ ਹੈ ਨਾ ਇਹਦੇ ਵਿੱਚ ਮੈਂ ਇਹਨਾਂ ਦੇ ਖਿਲਾਫ ਨਹੀਂ ਕਿਸੇ ਦੇ ਖਿਲਾਫ ਨਹੀਂ ਪਰ ਜਿਹੜੀ ਚੀਜ਼ ਗਲਤ ਆ ਉਹ ਸਹੀ ਹੋਣੀ ਚਾਹੀਦੀ ਗਲਤ ਆ ਚੀਜ਼ ਕਿ ਆਪਾਂ ਇਸ ਚੀਜ਼ ਨੂੰ ਠੀਕ ਕਰਨ ਵਾਲੇ ਪਾਸੇ ਕਰੀਏ ਇਹਨੂੰ ਖਰਾਬ ਨਾ ਹੋਣੀ ਚਾਹੀਦੀ ਤੁਹਾਡੇ ਵੀ ਬੱਚੇ ਨੇ ਮੇਰੇ ਵੀ ਬੱਚੇ ਨੇ ਸਾਰਿਆਂ ਦੇ ਬੱਚੇ ਨੇ ਸਾਰਿਆਂ ਦਾ ਹੀ ਬੈਨੀਫਿਟ ਦਾ ਕੰਮ ਹੈ ਸਾਡੇ ਇਕੱਲਿਆਂ ਵੀ ਨਹੀਂ ਸਮਾਜ ਦਾ ਠੀਕ ਹੈ ਬ੍ਰਦਰ ਮੈਂ ਜਿਹੜਾ ਜਿੱਥੇ ਨਹੀਂ 100 ਦੀ 105 ਦੀ ਵੇਚੋ 105 ਦੀ ਵੇਚੋ 100 ਵਾਲੀ ਚੀਜ਼ 250 300 ਜਣਾ ਵੇਚੋ ਸਾਡਾ ਦੁਕਾਨਦਾਰ ਦਾ ਜਿਸ ਭਾਅ ਦੀ ਹੋ ਸਕਦਾ ਨਾ ਆ ਦੇਖੋ ਇਹ ਬੂਆ ਬੇੜਾ ਬੂਆ ਕੰਮ ਕੰਪਲੇਂਟ ਲੈ ਕੇ ਨਾ ਭਾਜੀ ਆਜੋ ਠੀਕ ਹੈ ਇੱਥੇ ਰਹਿਣਾ ਆਜਾ ਕਿੱਥੇ ਵੇਚਾਂਗੇ ਆਜਾ ਉਹ 2 ਮਿੰਟ ਰੁਕ ਜਾ ਵਾਈਟ ਕਰਨੀ ਮੈਂ ਆਜਾ ਆਓ ਉਹ ਨਹੀਂ ਅੱਛਾ ਪੜਨਾ ਤੂੰ ਬੋਲਣਾ ਕੁਝ ਨਹੀਂ ਮੈਂ ਦੇਖਦਾ ਬੇਨਤੀ ਆ ਕੀ ਕਹਿਣਾ ਚਾਹੁੰਦੇ ਹੋ ਕੀ ਹੈ ਕਿ ਸਾਰਾ ਮੈਟਰ ਐਕਚੁਅਲ ਕੀ ਸੀਗਾ ਵੀ
पेरेंट्स की काफ़ी कंप्लेंट्स आ रही थी कि मार्केट्स को बुक्स नहीं मिल रही हैं तो पेरेंट्स ये कह रहे थे भी पर्टिकुलर जगह तो ही सारी बुक्स मिल रही हैं। वो 4-4 5-5 दिन 6-6 दिन मार्केट तो घूमते सी, उन्होंने बुक्स नहीं सी मिलदियां तो ਇੱਕੋ ਹੀ जगह ਤੇ ਉਹ ਕਹਿੰਦੇ ਸੀ बुक्स ਫਲਾਂ ਉੱਥੋਂ ਹੀ ਮਿਲਣੀਆਂ। ਤੇ ਅੱਜ ਫਿਰ पेरेंट्स ने कंप्लेंट की है तो ਅਸੀਂ मौके ਦੇ ਉੱਤੇ ਪਹੁੰਚੇ ਹਾਂ, जाके देखा कि वाकई बुक्स का खमीरा पिया था। उत्थे पेरेंट्स भी सीगे, उन्होंने गलबात की है, उन्होंने दसिया जी यह बुक्स वो कहते इतों ही मिलनियाँ, होर कितों नहीं मिलनियाँ। स्कूल वाले ने अपने ब्लैक बोर्डों के उत्ते भी लिख के लगाया भी बुक्स उत्थों अवेलेबल होणगी। तो जदों आके तो ऑफिसर भी पहुँचे आ साडे कोल, उन्होंने असी जिहड़े असी स्पैशलिस्ट भी बुलाए थे भी बुक्स का रेट पता करने वास्ते, तो उन्होंने खुद दसिया भी ये तो बुक 40-50 रुपए की होनी चाहिए है, पर उसकी असल जी कीमत इतने ले रहे 350 रुपए। एक बुक्स उन्होंने कहा जी 70 रुपए कीमत होनी चाहिए, वो लै रहे 375 रुपए। कहना मतलब गोरख धंधा है। और दूसरी गल जो मार्केट के विचों बुक्स मिलूगी ही नहीं कितों, तो फिर नैचुरली बच्चे को उत्थों लैनी पऊगी। साडे मानयोग CM साहब ने गल कही सी कि स्कूल दे विच स्कूल बधदे नहीं होणगे भी स्कूल की यूनीफॉर्म ते बुक्स लैण वास्ते, पर इन्होंने लोगों ने एक अलग धंधा बना लिया भी बुक्स होर कितने रखा दी अपनियां और उत्थों ही मिलनियां। और तुसी ऊपर देखा ही होना मैं बुक्स के उत्ते बकायदा स्कूल का नाम लिखा होया, सेठ हुकम चंद स्कूल का नाम लिखा भी। देखो जे मिलनियां ही इत्थों आ, फिर इत्थों ले लो या स्कूल तो ले लो, गल तो इको ही आ। पर इन्होंने जो मानसा का देशों को शरेआम धज्जियां उड़ाते हुए अपने एक नवा स्टोर एक होटल है जी, इतने कोई रेस्टोरेंट के अंदर बुक्स मिल रही हैं। देखो नया इन्होंने गोरख धंधा कढ़ लिया भी रेस्टोरेंट के विचों तुहानूं बुक्स मिलणगी। तो उत्थे जाके हुण अज मैं गया सीगा ते आके फिर ऑफिसर वगैरह पुलिस वगैरह भी आ गई है, हुण अगली जो कार्रवाई वो करनगे जी। ਜਿਹੜੇ ਬੁੱਕ ਸੇਲ ਕਰਦੇ ਨੇ ਉਹਨਾਂ ਨੂੰ ਗੱਲਬਾਤ ਕੀਤੀ ਤੁਸੀਂ, ਉਹਨਾਂ ਨੂੰ ਵੀ ਨਹੀਂ ਪਤਾ ਕਿ 100 ਦੀ 150 ਦੀ ਸਟੇਕ ਕਿੰਨੇ ਦੀ ਹੈ। ਕਹਿੰਦੇ ਸਾਨੂੰ ਤੇ ਜਿੰਨੇ ਦੀ ਸਕੂਲ ਵਾਲੇ ਨੇ ਕਹਿਤੀ ਹੈ ਜਾਂ ਜਿੱਥੋਂ ਉਹਨਾਂ ਨੇ ਲਿਆਂਦੀ ਹੈ, ਕਹਿੰਦੇ ਸਾਨੂੰ ਤੇ 300 रुपए की आती है, 320 रुपए की बेच रहे हैं। वो चलो इन्ना का 5-7% मार्जन तो जायज़ है, पर एक्चुअल गोरख धंधा कितने आ 40 वाली चीज़ 300 रुपए की कितना मिल रही है और 325 की बेच रहा हो तो कोई इशू नहीं है, पर 40 वाली 300 की जी विक्री वो गैप बहुत ज़्यादा। नॉर्मल जी नोटबुक होती है 10 ਤੋਂ 20 रुपए की, और स्कूल वाले अपना प्रिंट करके घट्टो घट्ट 50-60 रुपए बेचते हैं। बिल्कुल, और नाल उन्होंने ये भी दसिया जी भी असी नॉर्मल जी बुक हैगी आ लैके गए थे नोट कापी, वो कहते जी ये असी कापी यूज़ नहीं करन देनी, जिहदे उत्ते साडे स्कूल का नाम लिखा होगा सिर्फ वही तुसीं यूज़ कर सकते। मैं एक गल ये पूछना चाहना वा स्कूल वालों, क्या जिस स्कूल का नाम उपर लिखा जाता है वो पढ़ाई लिखाई साफ लिखी जाती है, ਜਿਹਦੇ ਉੱਤੇ ਕਿਸੇ ਸਕੂਲ ਦਾ ਨਾਮ ਨਹੀਂ ਲਿਖਿਆ ਜਾਂਦਾ ਉੱਥੇ ਵਧੀਆ ਮਾਰਕਿੰਗ ਨਹੀਂ ਹੁੰਦੀ ਹੈਗੀ ਜਾਂ ਉੱਥੇ ਅੱਛੇ ਤਰੀਕੇ ਨਾਲ ਲਿਖਿਆ ਨਹੀਂ ਜਾਂਦਾ, ਇਹਦੇ ਵਿੱਚ ਕੀ ਫਾਇਦਾ ਹੈ ਵੀ ਸਕੂਲ ਦਾ ਨਾਮ ਜ਼ਰੂਰ ਲਿਖਿਆ ਹੋਣਾ ਚਾਹੀਦਾ ਤਾਂ ਉਹ ਬੁੱਕ। ਰਮਨ ਜੀ ਕਿਹੜਾ ਸਕੂਲ ਹੈ ਜਿਹੜਾ ਜਿਹਨਾਂ ਦੀ ਬੁੱਕਸ ਸੇਠ ਹੁਕਮ ਚੰਦ ਸਕੂਲ ਦਾ ਸੀਗਾ। ਰਮਨ ਜੀ ਇੱਕ ਸਵਾਲ ਸੀਗਾ, ਤੁਸੀਂ ਕਾਪੀ ਚੁੱਕੀ ਸੀਗੀ ਨੋਟਬੁੱਕ, ਕੀ ਉਹਦੇ ਤੇ ਕੋਈ ਰੇਟ ਲਿਖਿਆ ਨਹੀਂ? ਕੋਈ ਰੇਟ ਨਹੀਂ, ਉਹਦੇ ਰੇਟ ਹੋਣਾ ਚਾਹੀਦਾ ਸੀਗਾ, ਬਿਲਕੁਲ ਹੋਣਾ ਚਾਹੀਦਾ, ਜੋ ਸਾਡਾ ਐਕਟ ਹੈ ਉਹਦੇ ਮੁਤਾਬਕ ਉਹ ਕੰਮ ਹੋਣਾ ਚਾਹੀਦਾ। ਰਮਨ ਜੀ ਸਕੂਲ ਦੇ ਰਿਗਾਰਡਿੰਗ ਗੱਲ ਕਰੀਏ, ਕਈ ਪੇਰੈਂਟਸ ਦਾ ਕਹਿਣਾ ਕਿ ਸਕੂਲ ਜਿਹੜੇ ਡਾਇਰੀ ਦਿੰਦੇ ਆ ਉਹ ਵੀ ਡਾਇਰੀ ਘੱਟੋ ਘੱਟ 100-150 ਕੋਈ ਪੇਰੈਂਟਸ ਕਹਿੰਦੇ ਪਰ ਨਹੀਂ ਵੀ ਲੈਣੀ ਤਾਂ ਵੀ ਉਹ ਬੱਚੇ ਨੂੰ ਥੋਪ ਦਿੰਦੇ। ਦੇਣੀ ਪੈਂਦੀ, ਦੇਖੋ ਜਿਸ ਬੰਦੇ ਨੇ ਆਪਣਾ ਬੱਚੇ ਨੂੰ ਪੜ੍ਹਾਉਣਾ ਵਾ ਸਕੂਲ ਤੇ ਉਹਨਾਂ ਨੂੰ ਫਿਰ ਕੁਝ ਸਕੂਲ ਦੀਆਂ ਗੱਲਾਂ ਮੰਨਣੀਆਂ ਪੈਂਦੀਆਂ ਸੀਗੀਆਂ, ਪਰ ਹੁਣ ਆਪਾਂ ਇਦਾਂ ਹੋਣ ਨਹੀਂ ਦੇਣਾ। ਜੋ ਸਾਡੇ CM ਸਾਹਿਬ ਦਾ ਹੁਕਮ ਆ ਅਸੀਂ ਉਹਨਾਂ ਦੇ ਆਦੇਸ਼ਾਂ ਦੀ ਹੁਣ ਕੀ ਐਕਸ਼ਨ ਲਿੱਤਾ ਜਾ ਰਿਹਾ ਇਹਨਾਂ ਤੇ? ਹੁਣ ਪੁਲਿਸ ਬੁਲਾ ਲਈ ਹੈ, ਡੀ ਸਾਹਿਬ ਦੇ ਆਫਿਸ ਤੋਂ ਆ ਗਏ ਆ ਆਫਿਸਰ, ਉਹ ਅਗਲੀ ਬਣਦੀ ਕਾਰਵਾਈ ਕਰਨਗੇ। ਜੀ ਤੁਹਾਡੇ ਬੱਚਿਆਂ ਦੀਆਂ ਸਾਰੀਆਂ ਬੁੱਕਸ ਚੇਂਜ ਹੋ ਗਈਆਂ। ਮੇਰਾ ਬੇਟਾ 8th ਕਲਾਸ ਵਿੱਚ ਹੋਇਆ ਹੈ। ਅਸੀਂ ਹਰ ਸਾਲ ਜਦੋਂ ਦਾ ਕੋਵਿਡ ਚੱਲ ਰਿਹਾ ਬੱਚੇ ਨੂੰ ਕਿਸੇ ਤੋਂ ਕਿਸੇ ਪੁਰਾਣੀਆਂ ਬੁੱਕਸ ਲੈ ਲਈ। ਇਸ ਵਾਰ ਅਸੀਂ ਪੁਰਾਣੀਆਂ ਬੁੱਕਸ ਲੈਤੀਆਂ, ਬਟ ਸਕੂਲ ਵਾਲੇ ਨੇ ਕਿਹਾ ਉਹ ਨਹੀਂ ਚੱਲੀਆਂ, ਨਵੀਆਂ ਲੈ ਨਵੀਆਂ ਬੁੱਕਸ ਮੈਂ ਇਹਨਾਂ ਤੋਂ ਲੈਣ ਆਈ। ਮੈਂ ਇੱਕ 4th ਦਾ ਸੈੱਟ ਲੈਣਾ ਸੀ, ਇੱਕ 8th ਦਾ, ਮੇਰੇ ਕੋਲ ਇੰਨੇ ਪੈਸੇ ਨਹੀਂ ਸੀਗੇ, ਮੈਂ 8th ਦਾ ਸੈੱਟ ਲੈ ਕੇ ਚਲੀ ਗਈ ਘਰ। ਮੈਂ ਉਹਨਾਂ ਨੂੰ ਕਿਹਾ 4th ਦਾ ਫਿਰ ਲੈ ਜਿੱਦਾਂ ਘਰ ਜਾ ਕੇ ਬੁੱਕਸ ਮੈਚ ਕੀਤੀਆਂ ਐਜ਼ ਇਟ ਇਜ਼ ਬੁੱਕਸ, ਘਰਦਿਆਂ ਨੇ ਤਾਂ ਬੋਲਣਾ ਹੈ ਨਾ ਕਿ ਕਿਉਂ ਪੈਸੇ ਵੇਸਟ ਕੀਤੇ, ਉਹੀ ਬੁੱਕਸ ਲੈ ਕੇ ਤੁਸੀਂ ਫਿਰ ਘਰ ਆ ਗਏ। ਉਹੀ ਬੁੱਕਸ ਮੈਂ ਘਰ ਜਾਂਦੀ ਇਹਨਾਂ ਨੂੰ ਪਰ ਸ਼ਰਮਾ ਜੀ ਦਾ ਨੰਬਰ ਸੀ, ਮੈਂ ਕਾਲ ਕੀਤੀ, ਅੱਜ ਮੇਰੇ ਕੋਲ ਰਿਕਾਰਡਿੰਗ ਨਹੀਂ ਪਈ ਇਹਨਾਂ ਦੀ। ਮੈਂ ਕਿਹਾ ਭਈਆ ਮੇਰੀ ਇੱਕ ਰਿਕੁਐਸਟ ਹੈ ਤੁਹਾਨੂੰ ਛੋਟੀ ਜੀ, ਤੁਸੀਂ ਮੇਰਾ 8th ਦਾ ਸੈੱਟ ਵਾਪਸ ਲੈ ਕੇ ਮੈਨੂੰ 4th ਦਾ ਸੈੱਟ ਦੇ ਦਿਓ। ਇਹਨਾਂ ਨੇ ਕਿਹਾ ਜੇ ਅਸੀਂ ਇੱਦਾਂ ਕਰਨ ਲੱਗੇ ਨਾ ਅਸੀਂ ਤਾਂ ਸੜਕ ਹੀ ਆ ਜਾਵਾਂਗੇ, ਅਸੀਂ ਤੁਹਾਡੀਆਂ ਬੁੱਕਸ ਨਹੀਂ ਚੇਂਜ ਕਰਨੀਆਂ। ਮੈਂ ਇੱਥੇ ਤੱਕ ਕਿਹਾ, ਮੈਂ ਕਿਹਾ ਮੈਂ ਮਿਡਲ ਫੈਮਿਲੀ ਤੋਂ ਬਿਲੋਂਗ ਕਰਦੀ, ਪਲੀਜ਼ ਮੇਰੀਆਂ ਬੁੱਕਸ ਚੇਂਜ ਕਰ ਦਿਓ, ਬਟ ਇਹ ਨਹੀਂ ਮੰਨੇ। ਆਖਿਰ ਮੈਂ ਕਲਾਸ ਟੀਚਰ ਨੂੰ ਕਾਲ ਕੀਤੀ, ਮੈਂ ਕਿਹਾ ਤੁਸੀਂ ਸਾਨੂੰ ਮਿਸਗਾਈਡ ਕਰਤਾ ਕਿ ਬੁੱਕਸ ਪੁਰਾਣੀਆਂ ਦੀ ਜਗ੍ਹਾ ਨਵੀਆਂ ਲੱਗ ਗਈਆਂ। ਉਹਨਾਂ ਨੇ ਕਿਹਾ ਨਹੀਂ, ਜਿੱਦਾਂ ਸਾਨੂੰ ਸਕੂਲ ਵਾਲਿਆਂ ਨੇ ਕਿਹਾ ਐਜ਼ ਇਟ ਇਜ਼ ਅਸੀਂ ਤੁਹਾਨੂੰ ਕਹਿਤਾ। ਮੈਂ ਸਵੇਰੇ 9 ਵਜੇ ਘਰੋਂ ਨਿਕਲ ਗਈ, ਨਵਾਂ ਸੈੱਟ ਔਰ ਪੁਰਾਣਾ ਸੈੱਟ ਲੈ ਕੇ ਸਕੂਲ ਪਹੁੰਚੀ ਆਪਣੇ ਬੱਚੇ ਨਾਲ।
ਪਹਿਲੇ ਮੈਂ ਤੇ ਟੀਚਰ ਦੀ ਵੇਟ ਕੀਤੀ, ਉਹ ਆਈ। ਟੀਚਰ ਨੂੰ ਮੈਂ ਕਿਹਾ ਰਿਕੁਐਸਟ ਹੈਗੀ ਮੈਡਮ ਬੁੱਕਸ ਦਾ, ਉਹਨਾਂ ਨੇ ਪ੍ਰਿੰਸੀਪਲ ਨਾਲ ਮੀਟਿੰਗ ਕਰਾਈ ਔਰ ਪ੍ਰਿੰਸੀਪਲ ਮੈਡਮ ਨੇ ਸਾਨੂੰ ਇਹ ਕਿਹਾ ਮੈਡਮ ਜਿਵੇਂ ਇੱਕ ਦੁਕਾਨ ਤੋਂ ਮੋਬਾਈਲ ਲੈ ਕੇ ਅਸੀਂ ਬਾਹਰ ਆ ਜਾਂਦੇ ਆ ਨਾ, ਉਹ ਮੋਬਾਈਲ ਚੇਂਜ ਨਹੀਂ ਹੁੰਦਾ, ਇੱਦਾਂ ਇੱਕ ਬੁੱਕਸ ਲੈਣ ਤੋਂ ਬਾਅਦ ਚੇਂਜ ਨਹੀਂ ਹੁੰਦੀਆਂ, ਫਿਰ ਵੀ ਅਸੀਂ ਤੁਹਾਡੀ ਰਿਕੁਐਸਟ ਨਾਲ ਚੇਂਜ ਕਰ ਦਿੰਦੇ। ਮੈਂ ਇਹਨਾਂ ਨੂੰ ਬੁੱਕਸ ਆਪਣੀਆਂ ਵਾਪਸ ਕਰਨ ਆਈ। ਮੈਂ ਕਿਹਾ ਦੇਖੋ ਸਵੇਰ ਦਾ ਟਾਈਮ ਹੈ, ਮੈਨੂੰ ਪੈਸੇ ਵੀ ਨਾ ਦਿਓ ਤੁਸੀਂ ਵਾਪਸ, ਮੈਨੂੰ ਇੱਕ ਸਲਿੱਪ ਬਣਾ ਦਿਓ ਜਾਂ ਮੈਨੂੰ 4th ਦਾ ਸੈੱਟ ਦਿਓ। ਅੱਗੋਂ ਇਹ ਬੰਦਾ ਮੈਨੂੰ ਕਹਿ ਰਿਹਾ ਸ਼ਰਮਾ ਜੀ ਉੱਪਰ ਵਾਲੇ, ਉਹ ਕਹਿ ਰਿਹਾ ਜੀ ਅਸੀਂ ਬੁੱਕਸ ਤੁਹਾਨੂੰ ਦੇਣੀਆਂ ਹੀ ਨਹੀਂ 4th ਕਲਾਸ ਦੀਆਂ, ਤੇ ਨਾ ਤੁਹਾਨੂੰ ਅਸੀਂ ਸਲਿੱਪ ਦੇਣੀ, ਤੁਸੀਂ ਆਪਣੇ ਪੈਸੇ ਲੈ ਜਾਓ ਤੇ ਇੱਥੋਂ ਜਾਓ। ਬੁੱਕਸ ਹੋਰ ਕਿਤੋਂ ਨਹੀਂ ਮਿਲਦੀ ਪਈਆਂ ਸੀ? ਬੁੱਕਸ ਨਹੀਂ ਮਿਲ ਰਹੀਆਂ ਸੀ। ਹੁਣ ਦੇਖੋ ਜਿਹੜੇ ਸਕੂਲ ਵਾਲਿਆਂ ਨੂੰ, ਹੁਣ ਦੇਖੋ ਮੈਡਮ ਦੀ ਗੱਲ ਸੁਣੋ, ਹੁਣ ਬੱਚੇ ਨੂੰ ਜੇ 4th ਕਲਾਸ ਦੀ ਬੁੱਕਸ ਸਾਰੇ ਮਾਰਕੀਟ ਚੋਂ ਮਿਲੂਗੀ ਨਹੀਂ ਕਿਤੋਂ, ਇਹਨਾਂ ਦਾ ਬੱਚਾ ਪੜੂਗਾ ਕਿੱਦਾਂ ਬੱਚਾ ਪੜੂਗਾ ਜਦੋਂ ਬੁੱਕਸ ਹੀ ਨਹੀਂ ਮਿਲੂਗੀਆਂ? ਇਹ ਗੋਰਖ ਧੰਦਾ ਬਹੁਤ ਵੱਡਾ ਆ, ਇਹਦਾ ਖੁਲਾਸਾ ਕਰਨਾ ਪੈਣਾ। ਬੁੱਕਸ ਚੇਂਜ ਦੀ ਵੀ ਗੱਲ ਕਰ ਰਹੇ ਨਾ, ਉਹ ਬੁੱਕਸ ਦੀ ਕਿਤੇ ਬੁੱਕਸ ਚੇਂਜ ਨਹੀਂ ਹੋਈਆਂ, ਜਿਹੜਾ ਫਸਟ ਦਾ ਪੇਜ ਹੈ ਸਿਰ ਉਹ ਉਹਨਾਂ ਨੇ ਚੇਂਜ ਕੀਤਾ ਹੋਇਆ ਵਾ, ਬੁੱਕ ਸੇਮ ਅੰਦਰੋਂ ਦੀ ਉਹੀ ਆ। ਇਹ ਕੰਮ ਮੇਰੇ ਨਾਲ ਵੀ ਹੋਇਆ, ਇਹ ਕੰਮ ਮੇਰੇ ਨਾਲ ਵੀ ਹੋਇਆ। ਬੁੱਕਸ ਆਪਾਂ ਲੈਣਗੇ ਤੇ ਉਹ ਬੁੱਕਸ ਪੁਰਾਣੀਆਂ ਬੁੱਕਸ ਨਾਲ ਮੈਚ ਕੀਤੀਆਂ ਤੇ ਫਸਟ ਵਾਲਾ ਪੇਜ ਚੇਂਜ ਹੈ ਤੇ ਅੰਦਰ ਸਾਰਾ ਕੁਝ ਉਹੀ ਹੈ। ਕਿੱਦਾਂ ਤੇਰੇ ਕੋਲ ਉਹ ਮੈਡਮ ਕਹਿ ਰਹੇ ਸ਼ਾਮ ਅੱਧੇ ਘੰਟੇ ਬਾਅਦ ਹੋਰ ਕੋਈ ਤੇਰੇ ਕੋਲ ਲੈ ਕੇ ਗਿਆ ਇਹਨਾਂ ਦੀ ਬੁੱਕ, ਤੇਰੇ ਸਾਹਮਣੇ ਕਹਿ ਰਹੇ, ਤੇਰੇ ਸਾਹਮਣੇ ਕਹਿ ਰਹੇ ਵੀ ਹੋਰ ਕਿਸੇ ਨੂੰ ਭੇਜ ਕੇ ਹੋਰ ਕਿਸੇ ਕੋਲ ਮੰਗਵਾ ਲਈਏ। ਗਲਤ ਚੀਜ਼ ਹੈ, ਇਹ ਚੀਜ਼ ਨਹੀਂ ਹੁੰਦੀ, ਠੀਕ ਹੈ ਨਾ? ਕੀ ਕਾਰਨ ਹੈ? ਕੀ ਤੂੰ ਦੱਸ 100 ਰੁਪਏ ਦਾ ਸਮਾਨ ਜੇ ਚੇਂਜ ਕਰਦਾ ਤੂੰ ਸੜਕ ਤੇ ਆ ਜਾਣਾ ਸੀਗਾ? ਕਿਸੇ ਤੇਰੇ ਸਾਹਮਣੇ ਤੂੰ ਕਹਿ ਰਹੇ ਮੈਡਮ ਝੂਠ ਬੋਲਦੇ ਆ ਬੇ। ਭਾਜੀ ਕੀ ਨਾਮ ਆਪਣਾ? ਭਾਈ ਗੱਲ ਹੋ ਤਾਂ ਗਈ ਹੁਣ ਕੀ ਕਾਰਨ ਕੀ ਹੈ ਜਿਹੜਾ ਕੀ ਹੈ ਕਿ ਮੈਟਰ ਹੈ ਕਿ ਇਹ ਈਟੀਓ ਮੈਡਮ ਓਕੇ ਹੋਰ ਸੁਣਾਓ ਠੀਕ ਹੈ? ਇਹਨਾਂ ਦੇ ਅੰਡਰ ਆਉਂਦਾ ਏਰੀਆ। ਇਸ ਟਾਈਮ ਫੋਨ ਆਇਆ ਸੀਗਾ ਤੇ ਇੱਥੇ ਸਕੂਲ ਦੇ ਇੱਥੇ ਰੈਸਟੋਰੈਂਟ ਹੈ, ਅੰਦਰ ਬੁੱਕਸ ਵਿਕਦੀਆਂ ਠੀਕ ਹੈ, ਤੇ ਮੈਂ ਔਰ ਇੱਥੇ ਫਿਰ ਮੈਂ ਆਇਆ, ਇੱਥੇ ਆ ਕੇ ਦੇਖਿਆ ਹੈਗਾ ਇੱਥੇ ਕਾਫੀ ਪੇਰੈਂਟਸ ਨੇ ਮੈਨੂੰ ਫੋਨ ਕੀਤਾ ਸੀ, ਉੱਥੇ ਆ ਕੇ ਅਸੀਂ ਦੇਖਿਆ ਕਿ ਕਹਿੰਦੇ ਸਕੂਲ ਵਾਲੇ ਕਹਿੰਦੇ ਸਿਰਫ ਇੱਕੋ ਹੀ ਬੁੱਕਸ ਮਿਲਣਗੀਆਂ, ਹੋਰ ਕਿਤੋਂ ਬੁੱਕਸ ਨਹੀਂ ਮਿਲਣਗੀਆਂ। ਜਿਹੜੇ ਪੇਰੈਂਟਸ ਨੇ ਉਹ ਮਾਰਕੀਟ 'ਚ ਤੁਹਾਨੂੰ ਪਤਾ ਕਿ 500-700 ਦੁਕਾਨ ਹੈ, ਸਾਰੀਆਂ ਦੁਕਾਨਾਂ 'ਤੇ ਘੁੰਮ ਕੇ ਆਏ, ਉਹਨਾਂ ਨੂੰ ਬੁੱਕਸ ਉੱਥੋਂ ਨਹੀਂ ਮਿਲੀਆਂ। ਉਹਨਾਂ ਨੇ ਸਕੂਲਾਂ ਪੁੱਛਿਆ, ਉਹਨਾਂ ਨੇ ਸਕੂਲਾਂ 'ਚ ਇੱਕੋ ਹੀ ਮਿਲਿਆ, ਹੋਰ ਕਿਤੋਂ ਨਹੀਂ ਮਿਲਿਆ। ਔਰ ਉਹਨਾਂ ਨੇ ਆਪਣੇ ਸਕੂਲ 'ਚ ਬਲੈਕ ਬੋਰਡ ਦੇ ਉੱਤੇ ਬਕਾਇਦਾ ਲਿਖ ਕੇ ਲਿਖਿਆ ਵੀ ਬੁੱਕਸ ਇੱਥੋਂ ਲਓ। ਆਪਣੇ ਮਾਨਯੋਗ ਸੀਐਮ ਸਾਹਿਬ ਨੇ ਇਹ ਗੱਲ ਕਹੀ ਆ ਕਿ ਸਕੂਲ ਦੇ ਵਿੱਚ ਵਾਧੇ ਨਹੀਂ ਹੋਣਗੇ, ਤੇ ਉਹ ਫਿਰ ਜੇ ਸਕੂਲ 'ਚ ਨਾ ਰੱਖ ਕੇ ਕਿਤੇ ਹੋਰ ਜਗ੍ਹਾ ਤੇ ਰੱਖ ਦਿੱਤੇ ਉਹਦਾ ਕੀ ਫਾਇਦਾ? ਠੀਕ ਹੈ। ਫਿਰ ਤੀਸਰੀ ਜਿਹੜੀ ਗੱਲ ਆ, ਦੁਕਾਨ ਦੇ ਅੰਦਰ ਸੇਠ ਹੁਕਮ ਚੰਦ ਲਿਖੀ ਹੋਈ ਬੁੱਕਸ ਕਿਆ ਅਸੀਂ ਸੇਲ ਕਰ ਸਕਦੇ ਨਹੀਂ ਕਰ ਭੇਜੋ ਪਰ ਜਿੱਦਾਂ ਹੋਰ ਵੀ ਦੁਕਾਨਾਂ ਵਿੱਚ ਸਭ ਕਰ ਆਤਰਾ ਨੂੰ ਨੰਗ ਲੈਂਦੇ ਹੋ ਇਹ ਜੀ ਜਾਣਦੇ ਹੋ ਜਾਣਦੇ ਹੋ ਯਾਰ, ਉਹ ਸੀਲ ਕਰ ਦਿੰਦੀ ਨਹੀਂ ਮੁੱਕੇ ਗਏ ਉਹਨਾਂ ਨੇ ਕਹਿੰਦੇ ਕੋਈ ਵੀ ਨਾ ਆਉਣਾ ਵਧੀਆ ਆਪਾਂ ਸਾਰੇ ਬਣਾਏ ਕੋਈ ਨਹੀਂ ਫਿਰ ਚਾਲੂ ਛਾਵੇਂ ਰੱਖੋ, ਗਰਮ ਹੀਟ ਹੋ ਜਾਣਾ। ਭਾਜੀ
ਹਾਂਜੀ ਮੈਮ, ਜਿਹੜਾ ਵਿਧਾਇਕ ਸਾਹਿਬ ਵੱਲੋਂ ਰੇਡ ਕੀਤੀ ਗਈ ਸੀ, ਕੀ ਹੈ ਕਿ ਮੈਟਰ ਸਾਰਾ ਦੱਸ ਦਿਓ, ਤੁਸੀਂ ਮੌਕੇ ਤੇ ਪਹੁੰਚੇ ਹੋ। ਹਾਂਜੀ, ਇੱਥੇ ਬੁੱਕਸ ਔਰ ਕਾਪੀਜ਼ ਦੇ ਉੱਪਰ ਸਕੂਲ ਦਾ ਨਾਮ ਲਗਾ ਕੇ ਵੇਚੀਆਂ ਜਾ ਰਹੀਆਂ ਔਰ ਜ਼ਿਆਦਾ ਰੇਟ ਲਗਾ ਕੇ ਵੇਚੀਆਂ ਜਾ ਰਹੀਆਂ ਤੇ ਪੇਰੈਂਟਸ ਨੂੰ ਕੰਪੈਲ ਕਰਦੇ ਕਿ ਇੱਥੋਂ ਹੀ ਖਰੀਦੋ। ਕੀ ਐਕਸ਼ਨ ਲਿੱਤਾ ਹੋਊਗਾ, ਤੁਸੀਂ ਕਿਸ ਡਿਪਾਰਟਮੈਂਟ ਤੋਂ ਆਏ ਹੋ? ਹਾਂਜੀ, ਮੈਂ GST ਡਿਪਾਰਟਮੈਂਟ ਤੋਂ। ਫਸਟ ਇਹ ਹੈਗਾ ਸਾਡਾ, ਹੁਣ ਜਿਵੇਂ ਜਿਵੇਂ ਸਾਨੂੰ ਪਤਾ ਲੱਗ ਜਾਊਗਾ ਤੇ ਅਸੀਂ ਸਾਰੇ ਸਟਾਕ ਜਿੰਨੇ ਵੀ ਇਹਨਾਂ ਦੇ ਮਤਲਬ ਗਡਾਊਨਸ ਹੋਰ ਵੀ ਹੈਗੇ ਆ ਜ਼ਰੂਰ ਚੈੱਕ ਕਰਾਂਗੇ। ਫਿਲਹਾਲ ਤੁਸੀਂ ਇਹਨੂੰ ਡਿਟੈਂਸ਼ਨ ਕਰ ਰਹੇ ਹੋ ਸਾਰੇ ਸਮਾਨ ਦੀ? ਹਾਂਜੀ ਬਿਲਕੁਲ, ਅਸੀਂ ਸੀਲ ਕਰਕੇ ਜਾਵਾਂਗੇ। ਮੈਂ ਹੁਣੇ ਆਪਣੇ ਹਾਇਰ ਅਥਾਰਟੀਜ਼ ਨਾਲ ਗੱਲ ਕਰਨੀ ਹੈ ਔਰ ਦੇਖਦੇ ਹਾਂ ਜੋ ਵੀ। ਐਸਾ ਹੋ ਸਕਦਾ ਮੈਡਮ ਕਿ ਇਮੀਡੀਏਟ ਇਹਨਾਂ ਕੋਲੋਂ ਪਰਚੇਜ਼ ਦੇ ਬਿੱਲ ਮੰਗੇ ਜਾਣ, ਕਨਫਰਮ ਹੋ ਜਾਏ ਕਿ ਇਹ ਮਾਲ। ਹਾਂਜੀ ਬਿਲਕੁਲ, ਅਸੀਂ ਇਸ ਵੇਲੇ ਦਾ ਮੈਂ ਕਮਿਸ਼ਨਰ ਸਾਹਿਬ ਨਾਲ ਗੱਲ ਕਰੂੰਗੀ ਪਹਿਲਾਂ, ਜੋ ਵੀ ਨੈਕਸਟ ਕਾਰਵਾਈ ਹੋਏਗੀ ਅਕੋਰਡਿੰਗ ਟੂ GST। ਪ੍ਰੀਮਿਸਿਸ ਸੀਲ ਕਰੋਗੇ ਕਿ ਲੈ ਕੇ ਜਾਓਗੇ ਸਮਾਨ? ਹਾਂਜੀ, ਪਹਿਲਾਂ ਮੈਂ ਗੱਲ ਕਰਦੀ ਹਾਂ ਆਪਣੇ ਹਾਇਰ ਅਥਾਰਟੀਜ਼ ਨਾਲ, ਜਿਵੇਂ ਵੀ ਉਹ ਕਹਿਣਗੇ ਪਰਮਿਸ਼ਨ ਕੀਤੀ। ਕੀ ਨਾਮ ਹੈ ਆਪਣਾ? ਬਲਜੀਤ ਕੌਰ, ETO GST Thank you. ਜਲੰਧਰ। ਚੈੱਕ ਕਰਾਂਗੇ ਸਾਰੇ ਗਰਾਊਂਡਸ ਵੀ ਹੋ ਸਕਦਾ ਹੋਰ ਵੀ ਸਾਰੇ ਚੈੱਕ ਕਰਾਂਗੇ, ਚੈੱਕ ਕਰਕੇ ਜੋ ਵੀ ਬਣਦੀ ਕਾਰਵਾਈ ਹੈ GST ਅਕੋਰਡਿੰਗ ਟੂ GST ਲਾਅ। ਮੈਂ ਉਹਨਾਂ ਦਾ ਅਤੀ ਧੰਨਵਾਦੀ ਹਾਂ। ਤੁਸੀਂ ਜਾਗਰੂਕ ਪੰਜਾਬ ਨੂੰ ਲਿਆਉਣ ਵਾਸਤੇ ਪਹਿਲ ਕੀਤੀ ਆ। ਮੈਂ ਆਪਣੇ ਵੱਲੋਂ, ਆਮ ਆਦਮੀ ਪਾਰਟੀ ਸਰਕਾਰ ਵੱਲੋਂ, ਮਾਨਯੋਗ ਭਗਵੰਤ ਮਾਨ ਜੀ ਵੱਲੋਂ ਔਰ ਕੇਜਰੀਵਾਲ ਜੀ ਵੱਲੋਂ ਤੁਹਾਡਾ ਧੰਨਵਾਦ ਕਰਦਾ ਔਰ ਸਕੂਲ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਵੀ ਜਿਨ੍ਹਾਂ ਪੇਰੈਂਟਸ ਨੇ ਸਾਡਾ ਸਾਥ ਦਿੱਤਾ ਆ, ਤੁਹਾਡੇ ਵਿਰੁੱਧ ਕੰਪਲੇਂਟਸ ਕੀਤੀ ਆ, ਜੇਕਰ ਤੁਸੀਂ ਉਹਨਾਂ ਦੇ ਵਿਰੁੱਧ ਉਹਨਾਂ ਦੇ ਬੱਚਿਆਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਪਰਿਵਾਰਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ, ਅਸੀਂ ਤੁਹਾਡੇ ਵਿਰੁੱਧ ਸਖਤ ਕਾਰਵਾਈ ਕਰਾਂਗੇ। ਇਹ ਸਾਡੇ ਦੇਸ਼ ਦੇ ਜਾਗਰੂਕ ਨਾਗਰਿਕ ਨੇ ਜਿਨ੍ਹਾਂ ਨੇ ਗਲਤ ਕੰਮ ਹੋਣ ਤੇ ਸਾਨੂੰ ਦੱਸਿਆ ਆ। ਮੈਂ ਇਹਨਾਂ ਦੀ ਪ੍ਰਸ਼ੰਸਾ ਕਰਦਾ ਔਰ ਫਿਰ ਦੁਬਾਰਾ ਕਹਿ ਰਿਹਾ, ਮੈਂ ਸਕੂਲ ਪ੍ਰਸ਼ਾਸਨ ਨੂੰ ਇਹ ਹਦਾਇਤ ਕਰਦਾ ਜੀ ਕਿ ਜੇਕਰ ਇਹਨਾਂ ਨੂੰ ਜਾਂ ਇਹਨਾਂ ਦੇ ਪਰਿਵਾਰਾਂ ਨੂੰ ਜਾਂ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਉਹ ਖੁਦ ਆਪ ਉਹਨਾਂ ਤੋਂ 10 ਗੁਣਾ ਜ਼ਿਆਦਾ ਪਰੇਸ਼ਾਨ ਹੋਣਗੇ। ਉਹ ਫਿਰ ਬਾਅਦ ਚੋਂ ਦੱਸਾਂਗੇ। ਜੇ ਸਾਡੇ ਬੱਚਿਆਂ ਨੂੰ ਜਾਂ ਇਹਨਾਂ ਪੇਰੈਂਟਸ ਨੂੰ ਕਿਸੇ ਤਰ੍ਹਾਂ ਦੀ ਤੰਗ ਕਰਨ ਦੀ ਕੋਸ਼ਿਸ਼ ਕਰਨਗੇ, ਉਹਨਾਂ ਦੀ ਜਿਹੜੀ ਸ਼ਿਕਾਇਤ ਹੈ ਉਹ CM ਸਾਹਿਬ ਤੱਕ ਵੀ ਪਹੁੰਚਾਏਗੀ। ਕਿਸੇ ਤਰ੍ਹਾਂ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਏਗਾ। ਔਰ ਮੈਂ ਪੇਰੈਂਟਸ ਨੂੰ ਵੀ ਬੇਨਤੀ ਕਰਦਾ ਕਿ ਜੇਕਰ ਤੁਹਾਡੇ ਨਾਲ ਸਕੂਲ ਦਾ ਸਟਾਫ ਜਾਂ ਕੋਈ ਵੀ ਤੁਹਾਡੇ ਨਾਲ ਨਜਾਇਜ਼ ਕਰਦਾ ਜਾਂ ਗਲਤ ਹਰਕਤ ਕਰਦਾ, ਤੁਸੀਂ ਮੈਨੂੰ ਕਾਲ ਕਰਿਓਗੇ, ਮੈਨੂੰ ਬੁਲਾਇਓ, ਮੈਂ ਸ਼ਹਿਰ ਦੇ ਆਧਾਰ ਤੇ ਕਾਰਵਾਈ ਕਰਾਂਗਾ। ਸਰ ਗੱਲ ਕਰੀਏ 3-4 ਪੇਰੈਂਟਸ ਇੱਦਾਂ ਦੇ ਜਿਨ੍ਹਾਂ ਨੇ ਕਿਹਾ ਕਿ ਮੇਰੇ ਬੱਚਿਆਂ ਨੇ ਬੁੱਕਸ ਨਹੀਂ ਲਿੱਤੀਆਂ, ਮਹਿੰਗੀਆਂ ਸੀਗੀਆਂ, ਉਹ ਬੱਚੇ ਦੀ ਸਟੱਡੀ ਕਿਤੇ ਹੋਏਗੀ? ਨਹੀਂ ਨਹੀਂ, ਬਿਲਕੁਲ ਸਸਤੀਆਂ ਕਰਵਾਵਾਂਗੇ, ਇਦਾਂ ਥੋੜੀ ਹੋਣਾ। ਐਜੂਕੇਸ਼ਨ ਡਿਪਾਰਟਮੈਂਟ ਤੋਂ ਕੋਈ ਮੈਂ ਤੁਹਾਨੂੰ ਹੋਰ ਦੱਸਦਾ, ਤੁਹਾਨੂੰ ਮੈਨੂੰ 15-20 ਫੋਨ ਆ ਚੁੱਕੇ ਸਰ। ਅਸੀਂ ਤੁਸੀਂ ਤੁਹਾਡਾ ਲਾਈਵ ਦੇਖ ਰਹੇ ਆ। ਮੈਂ ਧੰਨਵਾਦ ਕਰਦਾ ਮੇਰੇ ਆਪਣੇ ਪ੍ਰੈਸ ਭਰਾਵਾਂ ਦਾ ਵੀ ਜਿਨ੍ਹਾਂ ਦੇ ਮਾਧਿਅਮ ਦੇ ਨਾਲ ਲੋਕ ਮੇਰੇ ਨਾਲ ਜੁੜ ਰਹੇ ਆ। ਹੁਣ ਮੈਡਮ ਵੀ ਕਹਿ ਰਹੇ ਵੀ ਤੁਹਾਡਾ ਲਾਈਵ ਦੇਖ ਕੇ ਹੀ ਆਏ ਇੱਥੇ, ਠੀਕ ਹੈ? ਹਾਂ, ਲੰਬਾ ਬੀਟ ਤੋਂ ਆਏ ਨੇ ਔਰ ਕਾਫੀ ਮੈਨੂੰ ਫੋਨ ਆ ਰਹੇ। ਇੱਥੋਂ ਮੈਨੂੰ ਹੁਣੀ ਫੋਨ ਆਇਆ ਕਿ ਮੇਰੇ ਹਸਬੈਂਡ ਵੀ ਇੱਥੇ ਆਏ ਦੇ ਆ, ਹੁਣੀ ਵੀ ਮੈਡਮ ਵੀ ਇੱਥੇ ਆਏ ਸੀਗੇ। ਮੈਂ ਤੁਹਾਨੂੰ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ। ਜਾਗਰੂਕ ਜਿਹੜੀ ਆਪਣੀ ਮੀਡੀਆ ਵਾ ਉਹਦਾ ਵੀ ਧੰਨਵਾਦ ਕਰਨਾ ਚਾਹੁੰਦਾ ਵੀ ਸਾਡੀ ਜਿਹੜੀ ਗੱਲ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਜੋ ਵੀ ਅਗਲੀ ਕਾਰਵਾਈ ਹੋਏਗੀ ਉਹ ਤੁਹਾਡੇ ਰੂਪ ਵਿੱਚ। ਕੋਈ ਐਜੂਕੇਸ਼ਨ ਡਿਪਾਰਟਮੈਂਟ ਤੋਂ ਮੋਨੀਟਰਿੰਗ ਅਫਸਰ ਵੀ ਡਿਪਿਊਟ ਕਰਨ ਲਈ ਕਹੋਗੇ, DO ਨੂੰ ਵੀ ਸਕੂਲ ਤੇ ਨਜ਼ਰ ਰੱਖੇ? ਬਿਲਕੁਲ ਕਹਿਣਗੇ ਜੀ, ਕਿਉਂ ਨਹੀਂ ਕਹਿਣਗੇ। ਸਾਰੇ ਕੰਮ ਹੋਣਗੇ ਜੋ ਇਨਲੀਗਲ ਹੈ, ਸਾਰੇ ਕੰਮ ਤੇ ਕਾਰਵਾਈ ਕੀਤੀ ਜਾਊਗੀ। ਥੈਂਕ ਯੂ ਬ੍ਰਦਰ, ਥੈਂਕ ਯੂ। ਬੁੱਕਸ ਲੀਤੀਆਂ ਹੋਈਆਂ ਉਹਨਾਂ ਪੈਸੇ ਥੋੜਾ